ਸਾਡੇ ਬਹੁਤ ਕੁਝ ਜ਼ਰੂਰੀ ਸਵਾਲ ਹੈ ਜੋ ਪੰਜਾਬ ਪੁੱਛ ਰਿਹਾ ਹੈ ਤੇ ਅਸੀਂ ਉਹਨਾਂ ਦੀ ਆਵਾਜ਼ ਨੂੰ ਅੱਗੇ ਬੁਲੰਦ ਕਰ ਰਹੇ ਤੇ ਉਮੀਦ ਕਰਦੇ ਆ ਆਪ ਤਾਂ ਹੈ ਨਹੀਂ ਇੱਥੇ ਡਿਬੇਟ 'ਚ ਕਿਉਂਕਿ ਸਵਾਲਾਂ ਦੇ ਜਵਾਬ ਨਹੀਂ ਬੀਜੇਪੀ ਜ਼ਰੂਰ ਦਊ। ਜਿਹੜੇ ਤੁਹਾਡੇ ਐਸਜੀਪੀਸੀ ਮੈਂਬਰ ਆ ਰਾਏਪੁਰ ਸਾਹਿਬ, ਉਹ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਜੁਆਇਨ ਕਰਾ ਰਹੇ ਆ, ਸ਼ਾਇਦ ਉਹ ਇਸੇ ਕਰਕੇ ਜਿਹੜੀ ਆ ਪਾਰਟੀ ਉਧਰ ਉਹਨਾਂ ਦੀ ਮਸਰੂਫੀਅਤ ਜ਼ਿਆਦੇ ਆ। ਮਸਰੂਫੀਅਤ ਆਮ ਆਦਮੀ ਪਾਰਟੀ ਦੀ ਬਸ ਜਵਾਬ ਦੇਣ 'ਚ ਨਹੀਂ ਹੈ, ਹੋਰ ਸਾਰੇ ਪਾਸੇ ਹੈ। ਇਹ ਦਿੱਲੀ ਵੀ ਜਾਣਗੇ ਜੀ, ਇਹ ਧਰਨਾ ਵੀ ਪ੍ਰਦਰਸ਼ਨ ਕਰਨਗੇ, ਪ੍ਰੈਸ ਕਾਨਫਰੰਸਾਂ ਵੀ ਕਰਨਗੇ, ਐਡਵਰਟਾਈਜ਼ਿੰਗ, ਮਾਰਕੀਟਿੰਗ, ਬ੍ਰਾਂਡਿੰਗ, ਬਸ ਸਵਾਲਾਂ ਦੇ ਜਵਾਬ ਨਹੀਂ ਦੇਣਗੇ ਤੇ ਵਾਅਦੇ ਡਿਲੀਵਰ ਨਹੀਂ ਕਰਨਗੇ। ਇਹ ਦੇਖੋ, ਇਹਨਾਂ ਦਾ ਪਹਿਲਾ ਸਿੱਧੂ ਮੂਸੇਵਾਲੇ ਦੇ ਕੇਸ ਤੇ ਫੇਲੀਅਰ ਸੀਗਾ, ਆਪਣਾ ਸੰਗਰੂਰ ਹਾਰੇ, ਆਪਦਾ ਗੜ ਹਾਰੇ, ਆਪਦਾ ਘਰ ਹਾਰੇ। ਹੁਣ ਇਹਨਾਂ ਦਾ ਅੰਮ੍ਰਿਤਪਾਲ ਦੇ ਕੇਸ ਤੇ ਫੇਲੀਅਰ ਐਡਾ ਵੱਡਾ ਜੋ ਡਿਲੇ ਹੈ ਮਹੀਨੇ ਦਾ ਪਹਿਲਾਂ ਤੇ 3 ਹਫ਼ਤੇ ਦਾ ਉਹ ਤੋਂ ਪਹਿਲਾਂ, ਉਹਦੇ ਕਰਕੇ ਇਹ ਜਲੰਧਰ ਬਾਈਪੋਲ ਹਾਰਨਗੇ। ਹੁਣ ਜਲੰਧਰ ਦੇ ਲੋਕਾਂ ਨੇ ਸ਼ਾਂਤੀ ਚੁਣਨੀ ਹੈ, ਜਲੰਧਰ ਦੇ ਲੋਕਾਂ ਨੇ ਤਰੱਕੀ ਚੁਣਨੀ ਹੈ ਤੇ ਸਭ ਨੂੰ ਪਤਾ ਵੀ ਕੇਂਦਰ 'ਚ ਸਰਕਾਰ ਨਰਿੰਦਰ ਮੋਦੀ ਜੀ ਦੀ ਸਰਕਾਰ ਹੈ, ਭਾਜਪਾ ਦੀ ਸਰਕਾਰ ਹੈ ਤੇ ਹਰ ਬੰਦੇ ਜਿਹੜੇ ਦੁਆਬੇ ਦੇ ਲੋਕ ਆ, ਬਹੁਤ ਸਿਆਣੇ ਲੋਕ ਆ, ਹੁਣ ਜਾਗ ਚੁੱਕੇ ਆ, ਝੂਠ ਦੇ ਫਰੇਬ ਦੇ ਵਿੱਚ ਨਹੀਂ ਆਣਾ ਚਾਹੁੰਦੇ। ਤੇ ਲੋਕ ਕਿੱਦਾਂ ਦੀ ਤਰੱਕੀ ਤੇ ਕਿੱਦਾਂ ਦੀ ਸ਼ਾਂਤੀ, ਕੋਈ ਮਾਡਲ ਹੈ ਤੁਹਾਡੇ ਕੋਲ? ਤੇ ਖੁਸ਼ਹਾਲੀ ਆਊਗੀ, ਸਾਡਾ ਕਨਸੈਪਟ ਇਹ ਹੈ, ਇਹ ਮਤਲਬ ਸਬਕਾ ਸਾਥ ਸਬਕਾ ਵਿਕਾਸ ਐਨਕਾਊਂਟਰ ਹੈ। ਅਤੀਕ ਅਹਿਮਦ ਮਾਮਲੇ ਤੁਸੀਂ ਗੱਲ ਕਰ ਰਹੇ ਹੋ, ਕਹਿੰਦੇ ਡੈਮੋਕ੍ਰੇਸੀ ਦਾ ਐਨਕਾਊਂਟਰ ਹੈ। ਨਹੀਂ, ਉਹ ਕੌਣ ਹੈ? ਉਹ ਕੀ ਉਹਨਾਂ ਦੀ ਕੀ ਅਥੈਂਟਿਸਿਟੀ ਹੈ? ਕਿੰਨੇ ਕੁ ਵੱਡੇ ਲੀਡਰ ਹੈ? ਜਲੰਧਰ ਦੇ ਵਿੱਚ ਪੈਂਦੇ 9 ਵਿਧਾਨ ਸਭਾ ਜਿਹੜੇ ਹਲਕੇ ਆ, ਉਹਨਾਂ ਦੇ ਜਿਹੜੇ ਵੋਟਰ ਨੇ ਉਹ ਕੀ ਕਹਿਣਗੇ ਕਿ ਉਹੀ ਬੰਦੇ ਵੋਟਾਂ ਮੰਗਣ ਆ ਰਹੇ? ਕੱਲ ਜਿਹੜੇ ਕਿਸੇ ਹੋਰ ਪਾਰਟੀ ਲਈ ਵੋਟਾਂ ਮੰਗਦੇ ਸੀਗੇ, ਇਹਦੇ ਵਿੱਚੋਂ ਮੈਜੋਰਿਟੀ ਤਾਂ ਬੰਦੇ ਉਹੀ ਨੇ। ਨਹੀਂ, ਮੈਂ ਕਹਿ ਰਿਹਾ ਸਾਂਝੇ ਉਮੀਦਵਾਰ ਸੀਗੇ, ਸਾਡੇ ਵੱਲੋਂ ਹੀ ਲੜ ਰਹੇ, ਕੋਈ ਗੱਲ ਨਹੀਂ, ਸਾਡੇ ਹੀ ਸੀਗੇ। ਜੇ ਅਟਵਾਲ ਸਾਹਿਬ ਨੇ ਇੱਕ ਫੈਸਲਾ ਲਿਆ, ਚੰਗਾ ਫੈਸਲਾ ਲਿਆ, ਦੇਸ਼ ਦੀ ਤਰੱਕੀ ਦੇ ਲਈ ਫੈਸਲਾ ਲਿਆ, ਬੜੇ ਚੰਗੇ ਆ। ਚਰਨਜੀਤ ਸਿੰਘ ਦਾ ਰਿਸ਼ਤਾ ਤਾਂ ਉੱਚੜ ਗਿਆ ਨਾ, ਨੌਹਾਂ ਨਾਲੋਂ ਮਾਸ ਉੱਚੜ ਗਿਆ, ਕਿ ਹੁਣ ਇਕੱਠੇ ਕਿਵੇਂ ਕਹਿ ਸਕਦੇ? ਇਹ ਕਹਿੰਦੇ ਆ ਵੀ ਇਹ ਦੱਸਣ, ਜਦੋਂ ਸੱਜਣ ਕੁਮਾਰ ਵਰਗਿਆਂ ਨੂੰ 35 ਸਾਲ 'ਚ ਸਜ਼ਾ ਨਹੀਂ ਦੇ ਪਾਏ, ਇਹ ਆਪ ਤਾਂ ਦੱਸ ਨਹੀਂ ਪਾਏ, ਵੀ ਸੱਜਣ ਕੁਮਾਰ ਦੇ ਪਿੱਛੇ ਕੌਣ ਸੀ। ਉਹ 35 ਸਾਲ 'ਚ ਇਹ ਨਹੀਂ ਦੱਸ ਪਾਏ। ਦੇਖੋ, ਇੱਕ ਗੱਲ ਪਹਿਲਾਂ ਸਮਝਣੀ ਪੈਣੀ ਹੈ, ਜਿਹੜਾ ਬੰਦਾ ਭਾਰਤੀ ਜਨਤਾ ਪਾਰਟੀ 'ਚ ਆ ਰਿਹਾ, ਉਹ ਭਾਰਤੀ ਜਨਤਾ ਪਾਰਟੀ ਦੀ ਲਾਈਨ ਤੇ ਚੱਲ ਰਿਹਾ, ਉਹ ਦੇਸ਼ ਦੀ ਗੱਲ ਕਰ ਰਿਹਾ, ਸਮਾਜ ਦੀ ਗੱਲ ਕਰ ਰਿਹਾ, ਤੇ ਉਹ ਦੇਸ਼ ਦੀ ਗੱਲ ਕਰਨੀ ਮਾੜੀ ਦੀ ਗੱਲ ਥੋੜਾ ਹੈਗੀ ਹੈ। ਨਹੀਂ, ਚੰਗੀ ਮਾੜਾ ਕੰਮ ਕੀ ਹੈ? ਲੋਕ ਇਹ ਨਹੀਂ ਪੁੱਛਣਗੇ ਵੀ ਤੁਸੀਂ ਗਏ ਕਿਉਂ। ਪੰਜਾਬ ਦੇ ਵਿੱਚ ਤੁਸੀਂ ਇਹ ਦੇਖੋ ਕਿ ਭਾਰਤੀ ਜਨਤਾ ਪਾਰਟੀ ਨੂੰ ਕਦੇ ਐਕਸੈਪਟ ਨਹੀਂ ਕੀਤਾ ਗਿਆ। ਕ੍ਰਿਸ਼ੀ ਕਾਨੂੰਨ ਆਏ, ਐਂਟੀ ਪੰਜਾਬ, ਬਜਟ ਐਲੋਕੇਸ਼ਨ, ਐਂਟੀ ਪੰਜਾਬ। ਜਦੋਂ ਮੋਦੀ ਸਾਹਿਬ ਆਏ ਸੀਗੇ 45,000 ਕਰੋੜ ਰੁਪਏ ਦਾ ਪੈਕੇਜ ਦਵਾਂਗੇ ਜੀ, 45 ਰੁਪਏ ਦਾ ਪੈਕੇਜ ਇਹਨਾਂ ਨੇ ਦਿੱਤਾ ਨਹੀਂ। ਤੁਸੀਂ ਸੰਗਰੂਰ ਜਿਹੜੀ ਬਾਈ ਇਲੈਕਸ਼ਨ ਹੈ ਉਹਦੇ ਵਿੱਚ ਤੁਸੀਂ ਕਿੰਨਵੇਂ ਨੰਬਰ ਤੇ ਆਏ ਹੋ? ਮੈਨੂੰ ਸ਼ਾਇਦ ਕਹਿਣ ਦੀ ਜ਼ਰੂਰਤ ਨਹੀਂ। 3 ਸੀਟਾਂ ਸਿਰਫ ਵਿਧਾਨ ਸਭਾ ਦੇ ਵਿੱਚ ਲੋਕਾਂ ਨੇ ਤੁਹਾਨੂੰ ਦਿੱਤੀਆਂ ਨੇ। ਜੇ ਵਾਕਈ ਤੁਸੀਂ ਲੋਕਾਂ ਦੀ, ਪੰਜਾਬ ਦੇ ਲੋਕਾਂ ਦੀ, ਪੰਜਾਬੀਆਂ ਦੀ ਹਿਤੈਸ਼ੀ ਪਾਰਟੀ ਹੋ, ਤੇ ਪੰਜਾਬੀਆਂ ਨੇ ਨਕਾਰ ਕਿਉਂ ਦਿੱਤਾ? ਕਾਂਗਰਸ ਨੇ ਪੰਜਾਬ ਨੂੰ ਕਿੰਨੀ ਵਾਰੀ ਵੰਡਿਆ, ਪਹਿਲਾਂ ਆਜ਼ਾਦੀ ਦੇ ਨਾਮ ਤੇ 1947 'ਚ ਵੰਡਿਆ, ਫਿਰ 1966 ਤੇ ਪੰਜਾਬੀ ਦੇ ਸੂਬੇ ਦੇ ਨਾਮ ਤੇ ਪੰਜਾਬ ਨੂੰ ਵੰਡਿਆ। ਸਮੁੱਚੀ ਦੁਨੀਆ ਜਾਂਦੀ, ਲੱਖਾਂ ਬੰਦੇ ਮਰ ਗਏ ਇਹਨਾਂ ਦੇ ਜਿਹੜੇ ਸਵਾਲਾਂ ਦੇ ਜਵਾਬ ਦਿੰਦੇ। ਆਮ ਆਦਮੀ ਪਾਰਟੀ, ਦੇਖੋ ਲੋਕ ਦੇਖ ਰਹੇ ਆ ਕਿ ਆਮ ਆਦਮੀ ਪਾਰਟੀ ਨੇ ਡਿਲੀਵਰ ਕੀ ਕੀਤਾ 1 ਸਾਲ ਦੇ ਵਿੱਚ। 1 ਸਾਲ ਦੇ ਵਿੱਚ ਜਿਹੜੀਆਂ ਉਹਨਾਂ ਨੇ ਗਰੰਟੀਆਂ ਦਿੱਤੀਆਂ ਸੀਗੀਆਂ, ਉਸ ਗਰੰਟੀਆਂ ਤੋਂ ਭੱਜ ਗਏ। ਅਨਮੋਲ ਮਾਨ ਜੀ ਕੀ ਕਹਿ ਰਹੇ ਆ, ਜਦ ਕਹਿੰਦੇ ਸੀ 5 ਮਿੰਟ 'ਚ MSP ਦੇ ਦਾਂਗੇ, ਉਹ ਕਹਿੰਦੇ ਜੀ ਹੁਣ ਵਿੱਚ ਆ ਕੇ ਪਤਾ ਲੱਗਿਆ ਵੀ ਇਹ ਚੀਜ਼ਾਂ ਪੋਸੀਬਲ ਨਹੀਂ ਹੈਗੀਆਂ। ਤੁਸੀਂ ਕਿਹਾ ਕਿ ਕਾਂਗਰਸ ਨੇ ਸਿਰਫ ਵੰਡਿਆ, ਕਾਂਗਰਸ ਨੇ ਸਿਰਫ ਤਕਸੀਮ ਕੀਤਾ ਤੇ ਤੁਹਾਨੂੰ ਇਸ ਗੱਲ ਦਾ ਦਰਦ ਹੈ। ਤੇ ਹੁਣ ਤਾਂ ਜਨਾਬ 10 ਸਾਲ ਹੋ ਗਏ ਤੁਹਾਡੀ ਸਰਕਾਰ ਹੈ, ਪੰਜਾਬ ਪੰਜਾਬੀ ਬੋਲਦੇ ਇਲਾਕੇ ਮੰਗ ਰਿਹਾ ਹੈ, ਪੰਜਾਬ ਚੰਡੀਗੜ੍ਹ ਮੰਗ ਰਿਹਾ ਹੈ, ਪੰਜਾਬ SYL ਦਾ ਪਾਣੀ ਰੋਕਣ ਲਈ ਕਹਿ ਰਿਹਾ ਹੈ, ਤੇ ਪੰਜਾਬ ਇੱਕ ਸਪੈਸ਼ਲ ਪੈਕੇਜ ਦੀ ਡਿਮਾਂਡ ਕਰ ਰਿਹਾ ਹੈ। ਕਾਈਂਡਲੀ ਇਹ ਦਰਦ ਜੇ ਤੁਸੀਂ ਮਹਿਸੂਸ ਕਰਦੇ ਹੋ ਤੇ ਇਹ ਚੀਜ਼ਾਂ ਪੰਜਾਬ ਨੂੰ ਤੁਸੀਂ ਡਿਲੀਵਰ ਕਰਵਾ ਦਿਓ। ਸਤਿ ਸ਼੍ਰੀ ਅਕਾਲ, ਰੋਜ਼ਾਨਾ ਸਪੋਕਸਮੈਨ ਵੇਖ ਰਹੇ ਸਾਰੇ ਦਰਸ਼ਕਾਂ ਦਾ ਦੀ ਸਪੋਕਸਮੈਨ ਡਿਬੇਟ 'ਚ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ। ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਗਈ, ਨਵਜੋਤ ਸਿੱਧੂ ਬਾਹਰ ਆਏ, ਅੰਮ੍ਰਿਤਪਾਲ ਅੰਦਰ ਗਿਆ। ਸੰਤੋਖ ਚੌਧਰੀ ਹੋਰਾਂ ਦੀ ਫੌਤ ਹੋ ਜਾਣ ਤੋਂ ਬਾਅਦ ਜਲੰਧਰ ਜ਼ਿਮਨੀ ਚੋਣ ਦਾ ਐਲਾਨ ਹੁੰਦਾ ਹੈ ਔਰ ਉਸ ਐਲਾਨ ਤੋਂ ਬਾਅਦ ਪੰਜਾਬ ਦੇ ਵਿੱਚ ਕਾਫੀ ਤਰ੍ਹਾਂ ਦੀਆਂ ਗਤੀਵਿਧੀਆਂ ਵਾਪਰਦੀਆਂ ਨੇ ਔਰ ਇਸ ਦੌਰਾਨ ਜਦੋਂ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੁੰਦੀ ਹੈ, ਇਹਦਾ ਪੰਜਾਬ ਦੀ ਇਸ ਬਾਈਪੋਲ ਦੇ ਉੱਤੇ ਕੀ ਅਸਰ ਪਏਗਾ? ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਸੰਗਰੂਰ ਦੀ ਬਾਈਪੋਲ ਸੀ ਉਹਦੇ ਉੱਤੇ ਸਿੱਧੂ ਮੂਸੇਵਾਲਾ, ਦੀਪ ਸਿੱਧੂ ਦੀ ਮੌਤ ਕਾਫੀ ਜਿਹੜੀ ਹੈ ਉਹ ਰਿਫਲੈਕਟ ਕੀਤੀ ਸੀਗੀ। ਉਹਨਾਂ ਦਾ ਇੱਥੋਂ ਚਲੇ ਜਾਣਾ ਕਿਸੇ ਲਈ ਨੁਕਸਾਨਦੇਹ ਤੇ ਕਿਸੇ ਲਈ ਬਹੁਤ
ਜਿਹੜਾ ਹੈ ਫਾਇਦੇਮੰਦ ਸਾਬਤ ਹੋਇਆ ਸੀ। ਤੇ ਹੁਣ ਸਵਾਲ ਇਹ ਹੈ ਕਿ ਅੰਮ੍ਰਿਤਪਾਲ ਹੋਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਲੰਧਰ ਦੀ ਜ਼ਿਮਨੀ ਚੋਣ ਜੇ ਕਿਸੇ ਨੂੰ ਪ੍ਰਭਾਵਿਤ ਕਰੇਗੀ, ਸਭ ਤੋਂ ਵੱਧ ਉਹ ਕਿਸ ਧਿਰ ਨੂੰ ਪ੍ਰਭਾਵਿਤ ਕਰੇਗੀ, ਲਾਹਾ ਕਿਹਨੂੰ ਹੋਏਗਾ, ਨੁਕਸਾਨ ਕਿਹਨੂੰ ਵੱਧ ਹੋਏਗਾ, ਅੱਜ ਇਸ ਨੂੰ ਲੈ ਕੇ ਆਏ ਹੋਏ ਮਹਿਮਾਨਾਂ ਨਾਲ ਚਰਚਾ ਕਰਾਂਗੇ। ਪਰ ਉਸ ਤੋਂ ਪਹਿਲਾਂ ਜਿਹੜੇ ਦਾਅਵੇ, ਜਿਹੜੇ ਦਮਗੱਜੇ ਸਿਆਸੀ ਲੀਡਰਾਂ ਵੱਲੋਂ ਮਾਰੇ ਜਾ ਰਹੇ ਆ, ਉਹਨਾਂ ਨੂੰ ਸੁਣਦੇ ਆ। ਔਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ, ਜਿਹੜੇ ਕਿ ਇਸ ਤੋਂ ਪਹਿਲਾਂ ਕਾਂਗਰਸ ਲਈ ਵੋਟਾਂ ਮੰਗਦੇ ਨਜ਼ਰ ਆਉਂਦੇ ਸੀ, ਹੁਣ ਕਮਲ ਦੇ ਫੁੱਲ ਨੂੰ ਖਿਡਾਉਣ ਦੇ ਲਈ ਆਖਰੀ ਕੀ ਕੁਝ ਕਹਿ ਰਹੇ, ਸੁਣਦੇ ਆ। ਆਪਾਂ ਨੇ ਜਿਹੜੇ ਅੱਜ ਆਪਾਂ ਨੇ ਵੋਟਾਂ ਪਾਉਣੀਆਂ ਨੇ, ਅਸੀਂ ਦੇਖਣੀ ਹੈ ਕਿ ਜੋ ਮੌਜੂਦਾ ਹਕੂਮਤ ਹੈ ਸਾਡੀ, ਉਹਦੀ ਪ੍ਰਾਪਤੀ ਕੀ ਹੈ, ਉਹਦੇ ਨਾਲ ਅਸੀਂ ਸਹਿਮਤ ਹਾਂ ਜਾਂ ਨਹੀਂ ਸਹਿਮਤ। ਅੱਜ ਤੁਸੀਂ ਇੰਟਰਨੈਸ਼ਨਲ ਤੌਰ ਤੇ ਦੇਖੋ, ਆਈ ਡੋਂਟ ਥਿੰਕ ਕਦੇ ਵੀ ਇੰਨੀ ਹਿੰਦੁਸਤਾਨ ਦਾ ਨਾਮ ਚਮਕਿਆ ਦੇਸ਼ ਦੇ ਦੁਨੀਆ ਦੇ ਵਿੱਚ, ਜਿੰਨਾ ਮੋਦੀ ਸਰਕਾਰ ਦੇ ਅਧੀਨ ਔਰ ਮੋਦੀ ਸਾਹਿਬ ਦੇ ਕਾਰਨਾਮੇ ਜੋ ਕੁਝ ਕਰਦੇ ਨੇ ਉਹਨਾਂ ਦੇ ਕਰਕੇ ਚਮਕਿਆ। ਦੇਖ ਲਓ, ਜਿੱਥੇ ਜਾਂਦੇ ਹੈ ਪ੍ਰਾਇੋਰਿਟੀ ਤੋਂ ਪ੍ਰਾਇੋਰਿਟੀ ਟ੍ਰੀਟਮੈਂਟ ਮਿਲਦੀ ਹੈ। ਔਰ ਇਸ ਸਭ ਦੇ ਦਰਮਿਆਨ ਕਾਂਗਰਸ ਨੂੰ ਲੱਗ ਰਿਹਾ ਹੈ ਕਿ ਸਿੰਪਥੀ ਵੋਟ ਵੀ ਕਾਂਗਰਸ ਦੇ ਵੱਲ ਜਾ ਸਕਦਾ ਹੈ। ਔਰ ਇਸ ਤੋਂ ਇਲਾਵਾ ਕਿਉਂਕਿ ਕਾਂਗਰਸ ਬਹੁਤ ਲੰਮੇ ਸਮੇਂ ਤੋਂ ਇਸ ਹਲਕੇ ਦੇ ਵਿੱਚ ਪੈਰ ਜਮਾਏ ਹੋਏ ਆ, ਪਰ ਕਾਂਗਰਸ ਨੂੰ ਸਭ ਤੋਂ ਵੱਧ ਡਰ ਜਿਹੜਾ ਹੈ ਉਹ ਕਿਸ ਗੱਲ ਦਾ ਹੈ, ਨਵਜੋਤ ਸਿੱਧੂ ਹੋਰੀ ਇਸ ਨੂੰ ਲੈ ਕੇ ਕੁਝ ਦੱਸ ਰਹੇ ਆ। ਲੋਮੜੀ ਭਾਵੇਂ ਕਿੰਨੀ ਵੀ ਚਲਾਕ ਹੋ ਜੇ, ਜੰਗਲ ਦਾ ਰਾਜਾ ਸ਼ੇਰ ਹੁੰਦਾ ਕਿ ਕੋਈ ਸ਼ੇਰ ਦੀ ਜੁਰਤ ਹੁੰਦੀ। ਕਾਂਗਰਸ ਲੀਡਰਾਂ ਕਰਕੇ ਤੇ ਹਾਰ ਸਕਦੀ ਹੈ, ਪਰ ਕਾਂਗਰਸ ਦੇ ਵਰਕਰ ਕਰਕੇ ਕਦੇ ਕਾਂਗਰਸ ਹਾਰੀ ਨਹੀਂ ਹੈ। ਤੇ ਆਦੀ ਕਾਂਗਰਸ ਇਕੱਠੀ ਹੋ ਗਈ, ਆਪਣਾ ਬਣਾ ਕੇ ਦੇਖੋ, ਫਿਰ ਦੇਖੋ ਕਿ ਇੱਕ ਪੜ੍ਹੀ ਲਿਖੀ ਆਵਾਜ਼ 12 ਲੱਖ ਬੰਦਿਆਂ ਦੇ ਵਾਸਤੇ ਜਦੋਂ ਸੰਸਦ ਦੇ ਵਿੱਚ ਗੂੰਜੇਗੀ, ਹਰੇਕ ਬੰਦੇ ਦਾ ਛਾਤੀ ਐ ਠਾਂ ਕਰਕੇ ਚੁੱਕ। ਕ੍ਰੈਡੀਬਿਲਿਟੀ ਦੇਖੋ, ਇਹ ਕਿ ਗੂੰਗੇ ਇਲੈਕਸ਼ਨ ਜਿਤਾ ਦਿੰਦੇ ਹੋ, ਲੇਕਿਨ ਕੋਈ ਗੱਲ ਨਹੀਂ ਕਰਦਾ। ਔਰ ਕਾਂਗਰਸੀ ਪੰਜੇ ਚੋਂ ਨਿਕਲ ਕੇ ਝਾੜੂ ਨੂੰ ਹੱਥ ਪਾਉਣ ਵਾਲੇ ਰਿੰਕੂ ਹੋਰਾਂ ਦਾ ਦਾਅਵਾ ਹੈ ਕਿ ਜਿਹੜਾ ਭਾਰੀ ਸਮਰਥਨ ਹੈ ਉਹ ਸਾਨੂੰ ਜਿੱਤ ਵੱਲ ਲੈ ਕੇ ਜਾਵੇਗਾ। ਇੱਕ ਵਾਰੀ ਰਿੰਕੂ ਹੋਰਾਂ ਦੀ ਉਹ ਚੋਣ ਰੈਲੀ ਦੌਰਾਨ ਤਕਰੀਰ ਜ਼ਰੂਰ ਸੁਣਨ ਵਾਲੀ ਆ। ਤੁਸੀਂ ਇਮਾਨਦਾਰ ਸਰਕਾਰ ਦੇ ਨਾਲ ਦਿਨ ਰਾਤ ਇੱਕ ਕਰ ਰਹੇ ਹੋ, ਸੋ ਇਸ ਕਰਕੇ ਸਾਥੀਓ, ਅੱਜ ਜਿੰਨਾ ਜੋਸ਼ ਤੁਹਾਡੇ ਵਿੱਚ ਹੈ ਔਰ ਜਿੰਨੀ ਤੁਸੀਂ ਮਿਹਨਤ ਕਰ ਰਹੇ ਹੋ, ਸਾਨਾ ਪਹਿਲਾਂ ਮੈਂ ਤੁਹਾਡੇ ਚਰਨਾਂ ਦੇ ਵਿੱਚ ਝੁੱਕ ਕੇ ਪ੍ਰਣਾਮ ਕਰਨਾ ਸਾਰੇ ਸਾਥੀਆਂ ਨੂੰ। ਚਰਚਾ 'ਚ ਆਏ ਹੋਏ ਮਹਿਮਾਨਾਂ ਨਾਲ ਰਸਮੀ ਤਾਰਫ ਕਰਵਾਉਂਦੇ ਹੋਏ ਇਸਤਕਬਾਲ ਕਰਾਂਗੇ। ਸਾਡੇ ਨਾਲ ਅਰਸ਼ਪ੍ਰੀਤ ਖੜਿਆਲ ਸਾਹਿਬ ਕਾਂਗਰਸ ਤੋਂ ਤਸ਼ਰੀਫ ਲੈ ਕੇ ਆਏ, ਜਨਾਬ ਜੀਓ ਆਇਆਂ ਨੂੰ। ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ ਸ਼੍ਰੋਮਣੀ ਅਕਾਲੀ ਦਲ ਤੋਂ ਆਪਣੀ ਗੱਲਬਾਤ ਰੱਖਣਗੇ, ਸਵਾਗਤ ਹੈ। ਗੁਰਦੀਪ ਸਿੰਘ ਗੋਸ਼ਾ ਜੀ ਭਾਜਪਾ ਤੋਂ ਆਪਣੀ ਗੱਲ ਕਰਨਗੇ, ਤੁਹਾਡਾ ਇਸ ਚਰਚਾ ਦੇ ਵਿੱਚ ਨਿੱਘਾ ਸਵਾਗਤ ਹੈ। ਖੜਿਆਲ ਸਾਹਿਬ, ਸਵਾਲ ਤੁਹਾਡੇ ਤੋਂ ਹੈ, ਜਿਹੜੀ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋਈ ਹੈ, ਕੀ ਮੰਨਦੇ ਹੋ ਜਲੰਧਰ ਦੀ ਬਾਈਪੋਲ ਨੂੰ ਕਿਸੇ ਵੀ ਤਰੀਕੇ ਨਾਲ ਰਿਫਲੈਕਟ ਕਰੂਗੀ? ਧਾਰੀਵਾਲ ਸਾਹਿਬ, ਧੰਨਵਾਦ ਸਵਾਲ ਲਈ। ਪਹਿਲੀ ਗੱਲ ਤਾਂ ਅਸੀਂ ਪੰਜਾਬ ਦੀ ਫੋਰਸ ਨੂੰ ਕਮੈਂਡ ਕਰਦੇ ਹਾਂ, ਉਹਨਾਂ ਲਈ ਅਪਲਾਉਡ ਕਰਦੇ ਹਾਂ ਕਿ ਉਹਨਾਂ ਨੇ ਇਹਨੂੰ ਸਕਸੈਸਫੁਲੀ ਐਗਜ਼ੀਕਿਊਟ ਕੀਤਾ। ਸਟੇਟ ਸਰਕਾਰ ਦੇ ਇਨਐਕਸਪੀਰੀਅੰਸ ਦੇ ਬਾਵਜੂਦ, ਇਮੈਚੁਰਿਟੀ ਦੇ ਬਾਵਜੂਦ, ਇਨਕੰਪੀਟੈਂਸ ਤੇ ਇਨਐਕਸ਼ਨ ਦੇ ਬਾਵਜੂਦ, ਐਕਸ਼ਨ ਤਾਂ ਜੀ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ। ਜਦੋਂ ਅਜਨਾਲਾ ਕਾਂਡ ਹੋਇਆ 3 ਹਫ਼ਤੇ ਉਹ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਬੈਠੀ ਰਹੀ, ਡਿਸਪਾਈਟ ਦਾ ਫੈਕਟ ਕਿ 6 ਪੁਲਿਸ ਵਾਲੇ ਸਾਡੇ ਇੰਜਰਡ ਸੀਗੇ, ਉਹਨਾਂ ਦੇ ਸੱਟਾਂ ਵੱਜੀਆਂ ਸੀਗੀਆਂ, ਇਨਕਲੂਡਿੰਗ ਐਨ ਐਸਪੀ ਵਿਦ ਅ ਕੌਗਨੀਜ਼ੇਬਲ ਆਫੈਂਸ। ਤੇ ਉਹਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਐਕਸ਼ਨ ਨਹੀਂ ਲਿਆ। ਤੇ ਜਦੋਂ ਐਕਸ਼ਨ ਲੈਣੇ ਦੇ ਧਾਰੀਵਾਲ ਸਾਹਿਬ, ਤੇ ਨਾ ਤਾਂ ਸੈਕਸ਼ਨ 144 ਪੋਸਟ ਕਰਨ ਦੀ ਜ਼ਰੂਰਤ ਪੈਂਦੀ, ਨਾ ਇੰਟਰਨੈਟ ਸਸਪੈਂਡ ਕਰਨ ਦੀ ਜ਼ਰੂਰਤ ਪੈਂਦੀ, ਨਾ ਸਿਕਿਉਰਿਟੀ ਵਧਾਉਣ ਦੀ ਜ਼ਰੂਰਤ ਪੈਂਦੀ, ਨਾ ਚੈਕਿੰਗ ਵਧਾਉਣ ਦੀ ਜ਼ਰੂਰਤ ਪੈਂਦੀ, ਤੇ ਨਾ ਹੀ ਜਿਹੜਾ ਮੈਨਹੰਟ ਚੱਲਿਆ ਮਹੀਨੇ ਸਵਾ ਮਹੀਨੇ ਲਈ। ਤੁਸੀਂ ਇਹ ਦੇਖੋ, 1 ਡਿਲੇ ਨਹੀਂ ਹੈ, 2 ਡਿਲੇ ਹੈ। ਪਹਿਲਾ 3 ਹਫ਼ਤਿਆਂ ਵਾਲਾ ਅਜਨਾਲਾ ਕਾਂਡ ਤੋਂ ਬਾਅਦ, ਤੇ ਦੂਜਾ ਜਦੋਂ ਇਨੀਸ਼ੀਏਟ ਕਰਤਾ ਸੀਗਾ ਐਕਸ਼ਨ, ਸਵਾ ਮਹੀਨਾ ਇਹ ਇੱਕ ਬੰਦੇ ਨੂੰ ਅਰੈਸਟ ਨਹੀਂ ਕਰ ਸਕੀ ਆਮ ਆਦਮੀ ਪਾਰਟੀ ਦੀ ਸਰਕਾਰ। ਇਹ ਤੋਂ ਵੱਡਾ ਫੇਲਿਅਰ ਕੀ ਹੋ ਸਕਦਾ ਹੈ? ਇਹ ਸਿਰਫ ਅਸੀਂ ਨਹੀਂ ਕਹਿ ਰਹੇ, ਆਨਰੇਬਲ ਹਾਈ ਕੋਰਟ ਨੇ ਵੀ ਕਿਹਾ ਇਹ ਸਟੇਟ ਦਾ ਬਹੁਤ ਵੱਡਾ ਇੰਟੈਲੀਜੈਂਸ ਫੇਲਿਅਰ ਹੈ। 80,000 ਪੁਲਿਸ ਪਰਸਨਲ ਹੋਣ ਦੇ ਬਾਵਜੂਦ ਉਹ ਕਿਵੇਂ ਐਸਕੇਪ ਕਰ ਸਕਦਾ ਸੀਗਾ? ਦੂਜੀ ਗੱਲ ਇਹ ਹੈ, ਤੁਸੀਂ ਇਹ ਦੇਖੋ, 2 ਵੀਡੀਓਜ਼ ਆਈਆਂ, ਸੀਸੀਟੀਵੀ ਵੀਡੀਓਜ਼ ਆਈਆਂ, ਫੁਟੇजेस ਆਈਆਂ,
ਫੋਟੋਜ਼ ਆਈਆਂ, ਇਨਪੁਟਸ ਆਏ, ਅੱਛਾ ਬਾਅਦ 'ਚ ਪਤਾ ਕੀ ਲੱਗਿਆ ਉਹ ਮੋਗੇ ਸੀ। ਸੋ ਇੰਨੀ ਜੇ ਕਲੋਜ਼ ਪ੍ਰੋਕਸੀਮਿਟੀ ਦੇ ਵਿੱਚ ਸੀਗਾ ਧਾਲੀਵਾਲ ਸਾਹਿਬ, ਫਿਰ ਅਰੈਸਟ ਕਿਉਂ ਨਹੀਂ ਸਰਕਾਰ ਕਰ ਸਕੀ ਜੀ ਉਹਨਾਂ ਨੂੰ? ਦੂਜੀ ਗੱਲ ਇਹ ਹੈ, ਸਾਡੇ ਬਹੁਤ ਕੁਝ ਜ਼ਰੂਰੀ ਸਵਾਲ ਹੈ ਜੋ ਪੰਜਾਬ ਪੁੱਛ ਰਿਹਾ ਹੈ ਤੇ ਅਸੀਂ ਉਹਨਾਂ ਦੀ ਆਵਾਜ਼ ਨੂੰ ਅੱਗੇ ਬੁਲੰਦ ਕਰ ਰਹੇ ਤੇ ਉਮੀਦ ਕਰਦੇ ਆ ਆਪ ਤਾਂ ਹੈ ਨਹੀਂ ਇੱਥੇ ਡਿਬੇਟ 'ਚ, ਕਿਉਂਕਿ ਸਵਾਲਾਂ ਦੇ ਜਵਾਬ ਨਹੀਂ ਬੀਜੇਪੀ ਜ਼ਰੂਰ ਦਊਗੀ, ਕਿਉਂਕਿ ਬੀਜੇਪੀ ਦੀ ਕੋਈ ਏਜੰਸੀ ਜਿਹੜੀ ਪਰ ਖੜਿਆਲ ਸਾਹਿਬ ਮੈਂ ਦੱਸ ਦੇਵਾਂ ਉਹਨਾਂ ਦੀ ਮਸਰੂਫੀਅਤ ਕਿਤੇ ਹੋਰ ਹੈ। ਜਿਹੜੇ ਤੁਹਾਡੇ ਐਸਜੀਪੀਸੀ ਮੈਂਬਰ ਹੈ ਰਾਏਪੁਰ ਸਾਹਿਬ, ਉਹ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਜੁਆਇਨ ਕਰਾ ਰਹੇ ਆ, ਸ਼ਾਇਦ ਉਹ ਇਸੇ ਕਰਕੇ ਜਿਹੜੀ ਹੈ ਪਾਰਟੀ ਉਧਰ ਉਹਨਾਂ ਦੀ ਮਸਰੂਫੀਅਤ ਜ਼ਿਆਦੇ ਹੈ। ਧਾਲੀਵਾਲ ਸਾਹਿਬ ਗੱਲ ਇਸ ਤਰ੍ਹਾਂ ਹੈ, ਮਸਰੂਫੀਅਤ ਆਮ ਆਦਮੀ ਪਾਰਟੀ ਦੀ ਬਸ ਜਵਾਬ ਦੇਣ 'ਚ ਨਹੀਂ ਹੈ, ਹੋਰ ਸਾਰੇ ਪਾਸੇ ਹੈ। ਇਹ ਦਿੱਲੀ ਵੀ ਜਾਣਗੇ ਜੀ, ਇਹ ਧਰਨਾ ਵੀ ਪ੍ਰਦਰਸ਼ਨ ਕਰਨਗੇ, ਪ੍ਰੈਸ ਕਾਨਫਰੰਸਾਂ ਵੀ ਕਰਨਗੇ, ਐਡਵਰਟਾਈਜ਼ਿੰਗ, ਮਾਰਕੀਟਿੰਗ, ਬ੍ਰਾਂਡਿੰਗ, ਬਸ ਸਵਾਲਾਂ ਦੇ ਜਵਾਬ ਨਹੀਂ ਦੇਣਗੇ ਤੇ ਵਾਅਦੇ ਡਿਲੀਵਰ ਨਹੀਂ ਕਰਨਗੇ। ਪਰ ਇਹ ਸਾਰੀਆਂ ਜਿੰਨੀਆਂ ਵੀ ਗੱਲਾਂ ਨੇ ਖੜਿਆਲ ਸਾਹਿਬ ਇਹ ਸਾਰੀਆਂ ਜਿੰਨੇ ਵੀ ਤੁਹਾਡੇ ਸਵਾਲ ਨੇ, ਜਿੰਨੇ ਵੀ ਤੁਸੀਂ ਇਹ ਪੁਆਇੰਟ ਰੇਜ਼ ਕਰ ਰਹੇ ਹੋ, ਇਹ ਸਭ ਦੇ ਦਰਮਿਆਨ ਤੁਹਾਡਾ ਜਿਹੜਾ ਮੁੱਖ ਚਿਹਰਾ ਸੀ ਉਹ ਵੀ ਆਮ ਆਦਮੀ ਪਾਰਟੀ ਚਲਾ ਗਿਆ, ਕੈਂਡੀਡੇਟ ਬਣ ਗਿਆ, ਔਰ ਉਸ ਤੋਂ ਬਾਅਦ ਹੁਣ ਤੁਹਾਡੇ ਰਾਏਪੁਰ ਸਾਹਿਬ ਜਿਹੜੇ ਮੈਂਬਰ ਨੇ ਐਸਜੀਪੀਸੀ ਦੇ, ਉਹ ਵੀ ਜਿਹੜੇ ਆ ਪਾਰਟੀ ਛੱਡ ਕੇ ਚਲੇ ਗਏ। ਇਸ ਸਭ ਦੇ ਦਰਮਿਆਨ ਜਲੰਧਰ ਜ਼ਿਮਨੀ ਚੋਣ ਜਿੱਤਣਾ ਕਿੰਨਾ ਕੁ ਔਖਾ? ਬਿਲਕੁਲ ਨਹੀਂ ਜੀ ਔਖਾ। ਕਾਂਗਰਸ ਪਾਰਟੀ ਜਿੱਤੂਗੀ, ਇਤਿਹਾਸ ਦੁਹਰਾਊਗਾ ਤੇ ਜਿੱਥੋਂ ਤੱਕ ਛੱਡਣ ਦੀ ਗੱਲ ਹੈ। ਰਿੰਕੂ ਜੀ ਨਾਲ ਕੈਡਰ ਨਹੀਂ ਗਿਆ। ਸਮਾਂ ਦੀ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਕੈਡਰ ਸੀ, ਵਰਕਰ ਸੀ, ਲੀਡਰ ਸੀ, ਬਹੁਤ ਉਦਾਸ ਨੇ, ਬਹੁਤ ਖਫਾ ਨੇ, ਕਿਉਂਕਿ ਉਹਨਾਂ ਦੇ ਜਿਹੜੇ ਪੁਰਾਣੇ ਲੀਡਰ ਸੀਗੇ, ਜਿਹੜੇ ਦਰਿਆ ਵਿਛਾਉਂਦੇ ਆਏ ਹੈ, ਪਾਰਟੀ ਲਈ ਖੂਨ ਪਸੀਨਾ ਡੋਲਦੇ ਆਏ, ਉਹ ਤਾਂ ਸਾਈਡਲਾਈਨ ਹੋ ਗਏ, ਉਹਨਾਂ ਨੂੰ ਟਿਕਟ ਮਿਲੀ ਨਹੀਂ। ਜਿਹੜੇ ਕੱਲ ਆਏ ਸੀਗੇ ਉਹਨਾਂ ਨੂੰ ਟਿਕਟ ਮਿਲ ਗਈ। ਸੋ ਵਰਕਰਸ ਉਹਨਾਂ ਦੇ ਨਾਰਾਜ਼ ਹੈ, ਸਾਡੇ ਇੰਟੈਕਟ ਹੈ। ਜੋ ਰਿੰਕੂ ਜੀ ਦੇ ਇੱਥੇ ਸੀਗੇ ਉਹ ਇੱਥੇ ਹੀ ਹੈ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਵੀ ਕਾਂਗਰਸ ਪਾਰਟੀ ਜਿੱਤੂਗੀ ਤੇ ਕਾਂਗਰਸ ਪਾਰਟੀ ਜੋ ਕਹਿੰਦੀ ਉਹ ਕਰਦੀ ਹੈ। ਦੂਜੀ ਗੱਲ ਧਾਲੀਵਾਲ ਸਾਹਿਬ ਬੜੇ ਜ਼ਰੂਰੀ ਪੁਆਇੰਟਸ ਹੈ। ਤੁਸੀਂ ਇਹ ਦੇਖੋ, ਇਹਨਾਂ ਦਾ ਪਹਿਲਾਂ ਸਿੱਧੂ ਮੂਸੇਵਾਲੇ ਦੇ ਕੇਸ ਤੇ ਫੇਲੀਅਰ ਸੀਗਾ, ਆਪਣਾ ਸੰਗਰੂਰ ਹਾਰੇ, ਆਪਦਾ ਗੜ ਹਾਰੇ, ਆਪਦਾ ਘਰ ਹਾਰੇ। ਹੁਣ ਇਹਨਾਂ ਦਾ ਅੰਮ੍ਰਿਤਪਾਲ ਦੇ ਕੇਸ ਤੇ ਫੇਲੀਅਰ ਐਡਾ ਵੱਡਾ ਜੋ ਡਿਲੇ ਹੈ ਮਹੀਨੇ ਦਾ ਪਹਿਲਾਂ ਤੇ 3 ਹਫ਼ਤੇ ਦਾ, ਉਹ ਤੋਂ ਪਹਿਲਾਂ, ਉਹਦੇ ਕਰਕੇ ਇਹ ਜਲੰਧਰ ਬਾਈਪੋਲ ਹਾਰਨਗੇ। ਲਾਅ ਐਂਡ ਆਰਡਰ ਤੇ ਓਵਰਆਲ ਫੇਲੀਅਰ ਹੈ। ਪਟਿਆਲਾ ਕਲੈਸ਼, ਆਈਡੀ ਬੰਬ ਮਿਲੇ, ਇੰਟੈਲੀਜੈਂਸ ਹੈਡਕੁਆਰਟਰ ਤੇ ਆਰਪੀਜੀ ਫਾਇਰ ਹੋਇਆ, ਮੂਸੇਵਾਲੇ ਦਾ ਕਤਲ, ਕਬੱਡੀ ਪਲੇਅਰਸ ਦਾ ਕਤਲ, ਡਰੱਗਸ ਇਸ਼ੂ, ਗਵਰਨਰ ਸਾਹਿਬ ਦਾ ਦਾਅਵਾ ਹੈ ਕਿ ਅਸੀਂ ਬਿਨਾਂ ਖੂਨ ਖਰਾਬੇ ਤੋਂ, ਬਿਨਾਂ ਕਿਸੇ ਝਗੜੇ ਤੋਂ, ਬਿਨਾਂ ਕਿਸੇ ਬੇਅਦਬੀ ਤੋਂ ਇਸ ਕੇਸ ਦੇ ਵਿੱਚ ਜਿਹੜੀ ਜਿੱਤ ਹਾਸਲ ਕੀਤੀ ਹੈ। ਦੇਖੋ ਇਹ ਜਿੱਤ ਕਿਵੇਂ ਹੋਗੀ ਧਾਲੀਵਾਲ ਸਾਹਿਬ? ਜੇ ਜਿੱਤ ਹੁੰਦੀ ਤਾਂ ਇਨਸਟੈਂਟਲੀ ਅਰੈਸਟ ਹੁੰਦੀ। ਦੂਜੀ ਗੱਲ, ਸਵਾਲ ਮੇਰੇ 6 ਹੈ, ਇਹ ਬੀਜੇਪੀ ਜ਼ਰੂਰ ਜਵਾਬ ਦੇਵੇ ਕਿਉਂਕਿ ਆਮ ਆਦਮੀ ਪਾਰਟੀ ਇੱਥੇ ਹੈ ਨਹੀਂ। ਪਹਿਲਾ ਸਵਾਲ, ਕੀ ਇਹ ਵੋਲੰਟਰੀ ਸਰੈਂਡਰ ਹੈ, ਆਪਦੇ ਮਨ ਨਾਲ ਕੀਤਾ ਅੰਮ੍ਰਿਤਪਾਲ ਨੇ, ਜਾਂ ਫੋਰਸਡ ਸਰੈਂਡਰ ਹੈ, ਕਰਵਾਇਆ ਗਿਆ? ਦੂਜਾ ਸਵਾਲ, ਜਿਹੜਾ ਐਸਕੇਪ ਸੀਗਾ ਉਹ ਕਿਹਨੇ ਅਰੇਂਜ ਕੀਤਾ, ਕਿਹਨੇ ਮਦਦ ਕੀਤੀ? ਉਹਨਾਂ ਦੇ ਨਾਮ ਉਜਾਗਰ ਕਰੋ ਤੇ ਹਜੇ ਤੱਕ ਕੀਤੇ ਕਿਉਂ ਨਹੀਂ, ਇਹ ਦੱਸੋ। ਦੂਜੀ ਗੱਲ, ਜਿਹਦੇ ਕਰਕੇ ਇੰਨਾ ਟਾਈਮ ਲੱਗਿਆ ਧਾਲੀਵਾਲ ਸਾਹਿਬ, ਏਡਾ ਵੱਡਾ ਡਿਲੇ ਹੋਇਆ, ਜਿਹਦਾ ਫੇਲਿਅਰ ਸੀਗਾ, ਉਹਦੀ ਅਕਾਊਂਟੇਬਿਲਿਟੀ ਤੇ ਰਿਸਪੌਂਸਿਬਿਲਿਟੀ ਫਿਕਸ ਕਰੋ। ਤੀਜਾ ਸਵਾਲ, ਉਹ ਇੰਨਾ ਟਾਈਮ ਕਿੱਥੇ ਲੁਕਿਆ ਹੋਇਆ ਸੀਗਾ, ਕਿਹਦੇ ਕੋਲੇ ਸੀਗਾ, ਕੌਣ ਉਹਨੂੰ ਸ਼ੈਲਟਰ ਪ੍ਰੋਵਾਈਡ ਕਰ ਰਿਹਾ ਸੀਗਾ, ਤੇ ਉਹਨਾਂ ਦੇ ਨਾਮ ਤੁਸੀਂ ਅਜੇ ਤੱਕ ਉਜਾਗਰ ਕਿਉਂ ਨਹੀਂ ਕੀਤੇ? ਇਹ ਗੱਲ ਦਾ ਵੀ ਜਵਾਬ ਦਿਓ, ਕਿਉਂਕਿ NIA, CBI, ਪੰਜਾਬ ਪੁਲਿਸ, ਇਹਨਾਂ ਨੇ ਇਹ ਗੱਲ ਦਾ ਜਵਾਬ ਨਹੀਂ ਦਿੱਤਾ ਵੀ ਸ਼ੈਲਟਰ ਕਿਹਨੇ ਪ੍ਰੋਵਾਈਡ ਕੀਤਾ। ਲੋਕ ਜਾਨਣਾ ਚਾਹੁੰਦੇ। ਦੂਜਾ, ਇਹਨਾਂ ਨੇ ਕਿਹਾ ਸੀਗਾ ਜੀ ਫੋਰਨ ਪਾਵਰ ਇਨਵੋਲਡ ਹੈ ਜੀ, ਆਹ ਹੈ ਜੀ, ਉਹ ਹੈ। ਇਹ ਵੀ ਦੱਸਣ ਕਿ ਕੋਈ ਫੋਰਨ ਪਾਵਰ ਦਾ ਤਾਲੁਕਾਤ ਹੈ ਇਸ ਕੇਸ ਨਾਲ, ਕੋਈ ਫੋਰਨ ਪਾਵਰ ਦੀ ਇਨਵੋਲਵਮੈਂਟ ਹੈ। ਦੂਜਾ, ਕੋਈ ਕੋ ਕਨਸਪੀਰੇਟਰਸ ਹੈਗੇ ਆ ਜਿਨ੍ਹਾਂ ਦੇ ਨਾਮ ਹਜੇ ਨਹੀਂ ਉਜਾਗਰ ਹੋਏ। ਤੇ ਲਾਸਟ ਚੀਜ਼, ਕਿ ਸੈਂਟਰ ਜਾਂ ਸਟੇਟ ਦੇ ਨਾਲ ਕਿਸੇ ਵਿਅਕਤੀ ਜੋ ਸੈਂਟਰ ਜਾਂ ਸਟੇਟ ਹੋਵੇ ਉਹਦੇ ਨਾਲ ਕੀ ਕਨੈਕਸ਼ਨ ਕੋਈ ਹੈ ਇਹਦਾ? ਲਾਸਟ ਚੀਜ਼ ਇਹ ਹੈ ਕਿ ਜੇ ਪੰਜਾਬ ਦੇ ਵਿੱਚ ਸੀਗਾ, ਮੋਗੇ ਦੇ ਵਿੱਚ, ਫਿਰ ਇੰਨਾ ਜ਼ਿਆਦਾ ਲੰਬਾ ਸਮਾਂ ਕਿਉਂ ਲੱਗ ਗਿਆ ਉਹਨੂੰ ਅਰੈਸਟ ਕਰਨ ਦੇ ਵਿੱਚ? ਇਹ ਬਹੁਤ ਜ਼ਰੂਰੀ ਸਵਾਲ ਨੇ। ਇਹ ਬੀਜੇਪੀ ਤੋਂ ਮੈਂ ਉਮੀਦ ਕਰਦਾ ਕਿ ਕੁਝ ਸਵਾਲਾਂ ਦੇ ਜਵਾਬ ਤਾਂ ਬੀਜੇਪੀ ਦੇਊਗੀ, ਕਿਉਂਕਿ ਆਮ ਆਦਮੀ ਪਾਰਟੀ ਦਾ ਮੈਦਾਨ ਛੱਡ ਗਈ ਹੈ। ਜੀ, ਮੈਂ ਇੱਕ ਗੱਲ ਪੁੱਛਣਾ ਚਾਹੂੰਗਾ ਗੋਸ਼ਾ ਸਾਹਿਬ ਨੂੰ। ਗੋਸ਼ਾ ਸਾਹਿਬ, ਗੱਲ ਇਹ ਹੈ ਕਿ ਜਿੱਦਾਂ ਦੇ ਦਾਅਵੇ ਕੈਪਟਨ ਸਾਹਿਬ ਦੇ ਵੱਲੋਂ, ਤਰਨ ਚੁੱਘ ਜੀ ਹੋਰਾਂ ਦੇ ਵੱਲੋਂ, ਸੀਨੀਅਰ ਲੀਡਰਸ਼ਿਪ ਦੇ ਵੱਲੋਂ ਕੀਤੇ ਜਾ ਰਹੇ ਹੈ, ਵਾਕਿਆ ਹੀ ਇਹ ਮੈਦਾਨ ਸਰ ਕਰਨਾ ਇੰਨਾ ਸੌਖਾ ਹੈ ਜਿੰਨਾ ਬੀਜੇਪੀ ਨੂੰ ਲੱਗ ਰਿਹਾ, ਜਾਂ ਇਸ ਦੇ ਪਿੱਛੇ ਬੀਜੇਪੀ ਨੂੰ ਕੋਈ ਹੋਰ ਚੀਜ਼ ਨਜ਼ਰ ਆ ਰਹੀ ਹੈ? ਧਾਲੀਵਾਲ ਸਾਹਿਬ, ਏਦਾਂ ਨਾ ਗੱਲ ਸਮਝਣੀ ਪੈਣੀ ਹੈ ਵੀ ਇਹ ਜਿਹੜੀ ਚੋਣਾਂ ਹੈਗੀਆਂ, ਸੰਤੋਖ ਸਿੰਘ ਚੌਧਰੀ ਸਾਹਿਬ ਜਿਹੜੇ ਗਏ ਹੈ, ਦੇਖੋ ਸੰਤੋਖ ਚੌਧਰੀ ਦੀ ਡੈਥ ਹੋਈ ਹੈ। ਇਲੈਕਸ਼ਨ ਜਿਹੜਾ MP ਦਾ ਇਲੈਕਸ਼ਨ ਹੁੰਦਾ ਚ ਪ੍ਰਧਾਨ ਮੰਤਰੀ ਚੁਣੇ ਜਾਂਦੇ ਆ, ਪਰ ਪ੍ਰਧਾਨ ਮੰਤਰੀ ਆਲਰੇਡੀ ਹੈ, 303 ਸੀਟਾਂ ਹੈ, ਇਹ ਬਾਈ ਇਲੈਕਸ਼ਨ ਆ ਗਈ ਹੈ, ਬਾਈ ਚਾਂਸ ਆ ਗਈ ਹੈ। ਹੁਣ ਜਲੰਧਰ ਦੇ ਲੋਕਾਂ ਨੇ ਸ਼ਾਂਤੀ ਚੁਣਨੀ ਹੈ, ਜਲੰਧਰ ਦੇ ਲੋਕਾਂ ਨੇ ਤਰੱਕੀ ਚੁਣਨੀ ਹੈ,
ਤੇ ਸਭ ਨੂੰ ਪਤਾ ਵੀ ਕੇਂਦਰ 'ਚ ਸਰਕਾਰ ਨਰਿੰਦਰ ਮੋਦੀ ਜੀ ਦੀ ਸਰਕਾਰ ਹੈ, ਭਾਜਪਾ ਦੀ ਸਰਕਾਰ ਹੈ, ਤੇ ਹਰ ਬੰਦੇ ਜਿਹੜੇ ਦੁਆਬੇ ਦੇ ਲੋਕ ਆ, ਬਹੁਤ ਸਿਆਣੇ ਲੋਕ ਆ, ਹੁਣ ਜਾਗ ਚੁੱਕੇ ਆ, ਝੂਠ ਦੇ ਫਰੇਬ ਦੇ ਵਿੱਚ ਨਹੀਂ ਆਣਾ ਚਾਹੁੰਦੇ। ਤੇ ਮੈਂ ਸਮਝਦਾ ਜੋ ਜਿਸ ਹਿਸਾਬ ਨਾਲ ਅਸੀਂ ਲਗਾਤਾਰ ਲੱਗੇ, ਕਿਉਂਕਿ ਮੈਂ ਵੀ ਅੱਜ ਇਲੈਕਸ਼ਨਾਂ 'ਚ ਹੀ ਲੱਗਾ ਹੋਇਆ, 10-12 ਦਿਨ ਹੋ ਗਏ, ਮੈਂ ਵੀ ਜਲੰਧਰ 'ਚ ਬੈਠਾ, ਮੈਂ ਲੋਕਾਂ ਦਾ ਚਾਹ ਦੇਖ ਰਿਹਾ, ਗਰਾਊਂਡ ਰਿਪੋਰਟ ਦੇਖ ਰਿਹਾ, ਲੋਕ ਚਾਹੁੰਦੇ ਆ। ਨਹੀਂ ਠੀਕ ਹੈ, ਲੋਕ ਕਿੱਦਾਂ ਦੀ ਤਰੱਕੀ ਤੇ ਕਿੱਦਾਂ ਦੀ ਸ਼ਾਂਤੀ, ਕੋਈ ਮਾਡਲ ਹੈ ਤੁਹਾਡੇ ਕੋਲ ਥਰੂ ਆਊਟ ਕੰਟਰੀ? ਬਿਲਕੁਲ ਹੈ, ਬਿਲਕੁਲ ਹੈ ਜੀ। ਜਿੱਦਾਂ ਤੁਸੀਂ ਯੂਪੀ ਦੇ ਵਿੱਚ ਦੇਖਿਆ, ਗੁਜਰਾਤ ਦੇ ਵਿੱਚ ਦੇਖਿਆ, ਹੋਰ ਸਟੇਟਾਂ 'ਚ ਦੇਖਿਆ, ਜਿੱਥੇ ਭਾਜਪਾ ਦੀ ਸਰਕਾਰ ਬਣਦੀ ਹੈ ਉੱਥੇ ਸ਼ਾਂਤੀ ਆਉਂਦੀ ਹੈ, ਗੁੰਡਾਗਰਦੀ ਦਾ ਅੰਤ ਹੁੰਦਾ। ਜਦੋਂ ਦੇਖੋ ਇੱਕ ਗੱਲ ਸਰਕਲ ਹੈ, ਜਦੋਂ ਗੁੰਡਾਗਰਦੀ ਦਾ ਅੰਤ ਹੋਊਗਾ, ਵਪਾਰ ਤਾਂ ਹੀ ਚੱਲੂਗਾ। ਜੇ ਵਪਾਰ ਚੱਲੂਗਾ ਤੇ ਰੋਜ਼ਗਾਰ ਮਿਲੂਗਾ, ਜੇ ਰੋਜ਼ਗਾਰ ਮਿਲੂਗਾ ਤੇ ਖੁਸ਼ਹਾਲੀ ਆਊਗੀ। ਸਾਡਾ ਕਨਸੈਪਟ ਇਹ ਹੈ, ਸਬਕਾ ਸਾਥ ਸਬਕਾ ਵਿਕਾਸ। ਐਨਕਾਊਂਟਰ ਹੈ, ਅਤੀਕ ਅਹਿਮਦ ਮਾਮਲੇ ਦੀ ਤੁਸੀਂ ਗੱਲ ਕਰ ਰਹੇ ਹੋ, ਕਹਿੰਦੇ ਡੈਮੋਕ੍ਰੇਸੀ ਦਾ ਐਨਕਾਊਂਟਰ ਹੈ। ਨਹੀਂ, ਉਹ ਕੌਣ ਹੈ? ਉਹ ਕੀ ਉਹਨਾਂ ਦੀ ਕੀ ਅਥੈਂਟਿਸਿਟੀ ਹੈ? ਕਿੰਨੇ ਕੁ ਵੱਡੇ ਲੀਡਰ ਹੈ? ਉਹ ਤਾਂ ਆਪਣੇ ਤੌਰ ਤੇ ਜਿੰਨੀ ਕੱਟੜਵਾਦ ਦੀਆਂ ਗੱਲਾਂ ਕਰਦੇ ਆ, ਬਹੁਤ ਵੱਡੀ ਗੱਲ ਕਰਦੇ ਆ। ਅਸੀਂ ਸਮਾਜ ਦੇ ਭਲੇ ਦੀ ਕਰਦੇ ਆ। ਜੇ ਅਸੀਂ ਸਕੀਮਾਂ ਬਣਾਈਆਂ, ਉਹਦੇ ਵਿੱਚ ਕੀ ਜਾਤ-ਪਾਤ ਰੱਖੀ ਹੈ? ਉਹਦੇ ਵਿੱਚ ਕੋਈ ਇਹ ਰੱਖਿਆ ਵੀ ਇਹ ਸਿੱਖ ਭਾਈਚਾਰੇ ਨੂੰ ਮਿਲੂਗੀ ਜਾਂ ਹਿੰਦੂ ਭਾਈਚਾਰੇ ਨੂੰ ਮਿਲੂਗੀ ਜਾਂ ਦੂਜੇ ਨੂੰ ਮਿਲੂਗੀ? ਸਾਰਿਆਂ ਨੂੰ ਮਿਲ ਰਹੀਆਂ, ਜਿੰਨੀਆਂ ਸਕੀਮਾਂ ਮਿਲ ਰਹੀਆਂ ਸਾਰਿਆਂ ਨੂੰ ਮਿਲ ਰਹੀਆਂ। ਦੇਖੋ, ਮੈਂ ਫਿਰ ਕਹਿ ਰਿਹਾ, ਸ਼ਾਂਤੀ ਬਹੁਤ ਜ਼ਰੂਰੀ ਹੁੰਦੀ ਹੈ। ਇਹ ਸ਼ਾਂਤੀ ਹੋਣਾ ਪੰਜਾਬ ਦੇ ਅੰਦਰ, ਦੇਖੋ 800 ਤੋਂ ਵੱਧ ਕਤਲ ਹੋ ਚੁੱਕੇ ਆ 1 ਸਾਲ ਦੀ ਸਰਕਾਰ ਦੇ ਵਿੱਚ, 600 ਤੋਂ ਵੱਧ ਓਵਰਡੋਜ਼ ਨਾਲ ਨਸ਼ੇ ਦੇ ਨੌਜਵਾਨ ਮਰ ਚੁੱਕੇ ਆ, ਕਿਸਾਨ ਮਰ ਚੁੱਕੇ ਆ, ਜਿਹੜੇ ਟੀਚਰਾਂ ਨੂੰ ਕਹਿੰਦੇ ਸੀ, ਜਿਹੜੀ ਭੈਣ ਨੂੰ ਕੇਜਰੀਵਾਲ ਸਾਹਿਬ ਨੇ ਟੈਂਕੀ ਤੋਂ ਲਾਇਆ ਸੀ, ਉਹ ਅੱਜ ਵੀ ਚੜੀ ਹੈ। ਤੇ ਉੱਥੋਂ ਦਾ ਮਤਲਬ ਜਿਹਨੂੰ ਭੈਣ ਬਣਾਇਆ ਉਹੀ ਨਹੀਂ ਉਤਰ ਰਹੀ। ਤੇ ਲੋਕਾਂ ਨੇ ਇਹ ਜਵਾਬ ਦੇਣਾ 1 ਸਾਲ ਦਾ ਸੰਗਰੂਰ 'ਚ ਮਿਲਿਆ ਸੀਗਾ। ਬਿਲਕੁਲ ਸੰਗਰੂਰ 'ਚ 3 ਮਹੀਨਿਆਂ 'ਚ ਇਹਨਾਂ ਨੂੰ ਜਵਾਬ ਮਿਲਿਆ ਸੀ, ਜਿਹੜੀ ਇਹ ਆਮ ਆਦਮੀ ਪਾਰਟੀ ਵਾਲੇ ਰਾਜਧਾਨੀ ਕਹਿੰਦੇ ਸੀਗੇ, ਤੇ ਉਹਦਾ ਜਵਾਬ ਦਿੱਤਾ ਸੀਗਾ। ਤੇ ਜਲੰਧਰ ਦੇ ਲੋਕ ਵੀ ਦੇਣਗੇ ਹੁਣ ਜਵਾਬ। ਜਲੰਧਰ ਨਿਵਾਸੀ ਹੀ, ਜਲੰਧਰ ਦੇ ਵਿੱਚ ਪੈਂਦੇ 9 ਵਿਧਾਨ ਸਭਾ ਜਿਹੜੇ ਹਲਕੇ ਆ, ਉਹਨਾਂ ਦੇ ਜਿਹੜੇ ਵੋਟਰ ਨੇ, ਉਹ ਕੀ ਕਹਿਣਗੇ ਕਿ ਉਹੀ ਬੰਦੇ ਵੋਟਾਂ ਮੰਗਣ ਆ ਰਹੇ? ਕੱਲ ਜਿਹੜੇ ਕਿਸੇ ਹੋਰ ਪਾਰਟੀ ਲਈ ਵੋਟਾਂ ਮੰਗਦੇ ਸੀਗੇ, ਇਹਦੇ ਵਿੱਚੋਂ ਮੈਜੋਰਿਟੀ ਤਾਂ ਬੰਦੇ ਉਹੀ ਨੇ। ਨਹੀਂ, ਜਿਹੜੇ ਅਟਵਾਲ ਸਾਹਿਬ ਹੈ, ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਸੀ, ਸਾਡੇ ਹੀ ਸੀਗੇ, ਉਹ ਸਾਡੇ 'ਚ ਹੀ ਆ। ਪਿਛਲੀ ਵਾਰ ਵੀ ਚੁਣਾਵ ਲੜੇ ਸੀਗੇ, ਭਾਜਪਾ ਦੇ ਨਾਲ ਹੀ ਸੀਗੇ। ਤੇ ਜੇ ਅੱਜ ਭਾਜਪਾ 'ਚ ਅਸੀਂ ਭਾਜਪਾ ਵਾਸਤੇ ਟਿਕਟ ਮੰਗਣ ਵਾਲੇ, ਸਾਡੀ ਇੱਕ ਗੱਲ ਸੁਣ ਲਓ, ਭਾਜਪਾ ਤੇ ਵਿਅਕਤੀ ਵਿਸ਼ੇਸ਼ ਨਹੀਂ ਹੁੰਦਾ, ਭਾਜਪਾ ਪਾਰਟੀ ਹੁੰਦੀ ਹੈ, ਇੱਕ ਪਰਿਵਾਰ ਹੁੰਦਾ ਹੈ। ਅਟਵਾਲ ਸਾਹਿਬ ਪਹਿਲਾਂ ਇਕੱਠੇ ਲੜੇ ਸੀ। ਨਹੀਂ, ਮੈਂ ਕਹਿ ਰਿਹਾ ਸਾਂਝੇ ਉਮੀਦਵਾਰ ਸੀਗੇ, ਸਾਡੇ ਵੱਲੋਂ ਹੀ ਲੜ ਰਹੇ। ਕੋਈ ਗੱਲ ਨਹੀਂ, ਸਾਡੇ ਹੀ ਸੀਗੇ। ਜੇ ਅਟਵਾਲ ਸਾਹਿਬ ਨੇ ਇੱਕ ਫੈਸਲਾ ਲਿਆ, ਚੰਗਾ ਫੈਸਲਾ ਲਿਆ, ਦੇਸ਼ ਦੀ ਤਰੱਕੀ ਦੇ ਲਈ ਫੈਸਲਾ ਲਿਆ, ਬੜੇ ਚੰਗੇ ਆ। ਚਰਨਜੀਤ ਸਿੰਘ ਦਾ ਰਿਸ਼ਤਾ ਤਾਂ ਉੱਚੜ ਗਿਆ ਨਾ, ਨੌਹਾਂ ਨਾਲੋਂ ਮਾਸ ਉੱਚੜ ਗਿਆ, ਕਿ ਹੁਣ ਇਕੱਠੇ ਕਿਵੇਂ ਕਹਿ ਸਕਦੇ? ਧਾਲੀਵਾਲ ਸਾਹਿਬ, ਚਰਨਜੀਤ ਸਿੰਘ ਅਟਵਾਲ ਸਾਹਿਬ ਬਹੁਤ ਸਿਆਣੇ ਆ, ਜਿਨ੍ਹਾਂ ਨੇ 70 ਸਾਲ ਦੇ ਕੈਰੀਅਰ 'ਚ ਇੱਕ ਵੀ ਦਾਗ ਨਹੀਂ ਹੈ। ਜੇ ਉਹਨਾਂ ਨੇ ਭਾਜਪਾ ਚ ਹੋਣੀ ਆ, ਦਾ ਕਾਰਨ ਹੈ। ਜੇ ਹੋਰ ਵੀ ਜਿਹੜੇ ਚੰਗੇ ਲੀਡਰ ਹੈ ਭਾਜਪਾ ਚੁਣ ਕੇ ਗਏ ਆ, ਉਹਦਾ ਵੀ ਕਾਰਨ ਹੈ। ਉਹ ਕਾਰਨ ਕੀ ਹੈ? ਪੰਜਾਬ ਸੂਬਾ, ਮੇਰੇ ਧਾਲੀਵਾਲ ਸਾਹਿਬ ਗੱਲ ਸੁਣੋ, ਸਾਫ਼ ਆਪਣਾ ਪਰਸਨਲ ਸ਼ਖਸੀਅਤ ਹੈ ਉਹਨਾਂ ਦੀ, ਸਾਫ਼ ਹੈਗੇ ਆ। ਹੁਣ ਗੱਲ ਸਮਝਣੀ ਪੈਣੀ ਹੈ ਕਿ ਦੇਸ਼, ਦੇਖੋ ਪੰਜਾਬ ਅੱਜ ਚਾਹੁੰਦਾ ਕੀ ਹੈ? ਪੰਜਾਬ ਜਿਹੜਾ 1 ਨੰਬਰ ਦਾ ਸੂਬਾ, ਜੇ 16ਵੇਂ 17 ਨੰਬਰ ਤੇ ਹੋ ਗਿਆ, ਕਈ ਕਾਰਨ ਹੈਗੇ ਉਹਦੇ ਵਿੱਚ। ਤੇ ਪੰਜਾਬ ਦੇ ਲੋਕ ਚਾਹੁੰਦੇ ਆ, ਜਲੰਧਰ ਦੇ ਲੋਕਾਂ ਨੂੰ ਮੌਕਾ ਮਿਲਿਆ ਤੇ ਜਲੰਧਰ ਦੇ ਲੋਕ ਦੇਣਗੇ। ਹੁਣ ਗੱਲ ਕਰ ਰਹੇ ਸੀਗੇ, ਦੇਖੋ ਇਹਨਾਂ ਨੇ ਗੱਲ ਕੀਤੀ ਹੈ, ਖੜਿਆਲ ਸਾਹਿਬ ਮੇਰੇ ਮਿੱਤਰ ਹੈ, ਕੋਈ ਗੱਲ ਇਹਨਾਂ ਨੇ ਗੱਲ ਕੀਤੀ ਹੈ ਵੀ ਜਵਾਬ ਦੇਣ ਜੀ, ਭਾਜਪਾ ਵਾਲੇ ਜਵਾਬ ਦੇਣ। ਦੇਖੋ, ਪਹਿਲੀ ਗੱਲ ਤਾਂ ਜਵਾਬਦੇਹੀ ਬਣਦੀ ਹੈ, ਜਿਨ੍ਹਾਂ ਦੀ ਸਰਕਾਰ ਹੈ ਉਹ ਭੱਜ ਰਹੇ ਆ ਬਿਲਕੁਲ ਹਰ ਸਟੇਜ ਤੋਂ। ਜਦੋਂ ਇਦਾਂ ਦੀ ਡਿਬੇਟ ਹੁੰਦੀ ਹੈ, ਉਹ ਡਿਬੇਟ ਦੇ ਵਿੱਚ ਨਹੀਂ ਬੈਠਦੇ, ਤੇ ਉਹਨਾਂ ਦਾ ਫੇਲੀਅਰ ਹੈ। ਜਿੱਥੇ ਉਹਨਾਂ ਦਾ ਦੂਜਾ ਫੇਲੀਅਰ ਹੈ, ਇਹ ਵੀ ਫੇਲੀਅਰ ਹੈ ਕਿ ਡਿਬੇਟ 'ਚ ਆਪਣੇ ਸਹਿਮਤੀ ਹੋ ਸਕਦੀ ਹੈ, ਬੈਠਣਾ ਚਾਹੀਦਾ। ਹੁਣ ਦੂਜੀ ਗੱਲ ਇਹ ਕਹਿੰਦੇ ਆ ਵੀ ਇਹ ਦੱਸਣ, ਜਦੋਂ ਸੱਜਣ ਕੁਮਾਰ ਵਰਗਿਆਂ ਨੂੰ 35 ਸਾਲ 'ਚ ਸਜ਼ਾ ਨਹੀਂ ਦੇ ਪਾਏ, ਇਹ ਆਪ ਤਾਂ ਦੱਸ ਨਹੀਂ ਪਾਏ ਵੀ ਸੱਜਣ ਕੁਮਾਰ ਦੇ ਪਿੱਛੇ ਕੌਣ ਸੀ। ਉਹ 35 ਸਾਲ 'ਚ ਇਹ ਨਹੀਂ ਦੱਸ ਪਾਏ। ਹਲੇ ਇੱਕ ਦਿਨ ਹਲੇ ਉਹਨੂੰ ਗ੍ਰਿਫਤਾਰੀ ਹੋਈ, ਕਹਿੰਦੇ ਦੱਸ ਦਿਓ ਜੀ ਉਹਦੇ ਪਿੱਛੇ ਕੌਣ ਸੀ। ਸਾਰੀਆਂ ਗੱਲਾਂ ਸਾਹਮਣੇ ਆਣਗੀਆਂ, ਜਿਹੜੇ ਚੀਜ਼ ਪਿੱਛੇ ਜਿਹੜੇ ਦੇਸ਼ ਦੇ ਹਾਲਾਤ ਖਰਾਬ ਕਰਨਾ ਚਾਹੁੰਦੇ ਆ। ਦੇਖੋ, ਜਿਹੜਾ ਮੇਰੀ ਇੱਕ ਗੱਲ ਸਮਝਣੀ ਪੈਣੀ ਹੈ, ਗੁਰੂ ਨਾਨਕ ਸਾਹਿਬ ਦੀ ਜਿਹੜੀ ਗੱਲਾਂ ਤੇ ਅਮਲ ਕਰਨਾ ਪੈਣਾ, ਖਾਲਸਾ ਕੰਸੈਪਟ ਨੂੰ ਸਮਝਣਾ ਪੈਣਾ। ਖਾਲਸਾ ਕੰਸੈਪਟ ਬਹੁਤ ਵੱਡਾ ਕੰਸੈਪਟ ਹੈ ਧਾਲੀਵਾਲ ਸਾਹਿਬ। ਸ੍ਰੀ ਗੁਰੂ ਤੇਗ ਬਹਾਦਰ ਜੀ 9ਵੇਂ ਪਾਤਸ਼ਾਹ, ਜਿਨ੍ਹਾਂ ਦਾ ਸਮਰਾਜ ਸੀ, ਜਿਨ੍ਹਾਂ ਕੋਲ ਕਿਲਾ ਸੀ, ਜਿਨ੍ਹਾਂ ਕੋਲ ਸਮੇਂ ਦੇ ਟਾਈਮ 'ਚ ਸਭ ਤੋਂ ਵੱਧ ਮਾਇਆ ਸੀਗੀ, ਖਜ਼ਾਨਾ ਸੀਗਾ, ਉਸ ਟਾਈਮ ਜਦੋਂ ਕਸ਼ਮੀਰੀ ਪੰਡਤ ਜੀ ਆਏ, ਕਸ਼ਮੀਰੀ ਪੰਡਤ ਨੇ ਆ ਕੇ ਗੁਹਾਰ ਲਗਾਈ, ਇਹ ਖਾਲਸੇ ਦਾ ਕੰਸੈਪਟ ਹੈ। ਉਹਨਾਂ ਨੇ ਧਰਮ ਬਚਾਉਣ ਵਾਸਤੇ ਕੰਮ ਕੀਤਾ, ਇਹ ਖਾਲਸੇ ਦਾ ਕੰਸੈਪਟ ਹੈ। ਸਾਨੂੰ ਖਾਲਸੇ ਦੇ ਕੰਸੈਪਟ ਨੂੰ ਇੱਕ ਛੋਟੀ ਜਿਹੀ ਰੇਖਾ ਦੇ ਵਿੱਚ ਬੰਨਣਾ ਨਹੀਂ ਚਾਹੀਦਾ। ਉਹ 3 ਲੋਕਾਂ ਦੀ ਗੱਲ ਕੀਤੀ ਗਈ ਹੈ, ਖੁਦਾਈ ਦੀ ਗੱਲ ਕੀਤੀ ਗਈ, ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਪੜ੍ਹ ਕੇ ਦੇਖੋ। ਜਦੋਂ ਤੁਸੀਂ ਦੇਖੋ ਵੀ ਜਦੋਂ ਬਾਬਰ ਨੇ ਜਦੋਂ ਜ਼ੁਲਮ ਕੀਤਾ ਸੀ, ਕੀ ਕਿਹਾ ਸੀ ਉਹਨਾਂ ਨੇ ਇਹ ਗੱਲ ਕੀਤੀ ਸੀ, ਖੁਰਾਸਾਨ ਕਾ ਸਮਾਨਾ ਕੀਆ ਹਿੰਦੁਸਤਾਨ ਆਪੇ ਦੋਸ ਨੇ ਦਈ ਕਰਤਾ ਜਮ ਕਰ ਮੁਗਲ ਚੜਾਇਆ, ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ। ਇਹ ਉਹਨਾਂ ਨੇ ਮਾਨਵਤਾ ਦੀ ਗੱਲ ਕੀਤੀ ਹੈ, ਸੱਭੇ ਸਾਂਝੀ ਵੱਲ ਕੋਈ ਨਾ ਦਿਸੇ ਬਾਹਰ ਜੀ, ਉਹਦੀ ਗੱਲ ਕੀਤੀ ਹੈ। ਇਸ ਕਰਕੇ ਸਾਨੂੰ ਖਾਲਸੇ ਦੇ ਕੰਸੈਪਟ ਨੂੰ ਸਮਝਣਾ ਪੈਣਾ। ਖਾਲਸੇ ਦੇ ਸਾਡੀ ਸਿੱਖੀ ਬੜੀ ਨਿਰੋਲ ਹੈ, ਪਰ ਅਸੀਂ ਉਸ ਨੂੰ ਇੱਕ ਕੁੱਜੇ 'ਚ ਬੰਦ ਨਹੀਂ ਕਰ ਸਕਦੇ।
ਨਹੀਂ ਸਮੁੱਚੇ ਸਮੁੰਦਰ ਵਾਂਗੂ ਤੁਸੀਂ ਹੈ। ਕਹਿੰਦੇ ਬੀਜੇਪੀ ਧਰਮ ਜਾਤ ਦੀ ਰਾਜਨੀਤੀ ਨਹੀਂ ਕਰਦੀ। ਹੁਣ ਮੈਂ ਤਾਂ ਇਹ ਪੋਲਿਟਿਕਸ ਦੀ ਗੱਲ ਕਰ ਰਿਹਾ, ਜਲੰਧਰ ਪੋਲਿਟਿਕਸ ਦੀ। ਹੁਣ ਇਹਦੇ ਵਿੱਚ ਤੁਸੀਂ ਆਹ ਜਿਹੜਾ ਪਾਠਕ੍ਰਮ ਸ਼ੁਰੂ ਕੀਤਾ, ਇਹਨੂੰ ਮੈਂ ਕਿਸ ਨਜ਼ਰੀਏ ਨਾਲ ਸਮਝਾਂ? ਮਤਲਬ ਨਹੀਂ, ਮਾਨਵਤਾ ਦੀ ਗੱਲ ਕੀਤੀ ਹੈ, ਇੱਥੇ ਮਾਨਵਤਾ ਦੀ ਗੱਲ ਕੀਤੀ ਹੈ, ਦੂਜੀ ਤਾਂ ਕੋਈ ਗੱਲ ਹੀ ਨਹੀਂ ਕੀਤੀ। ਮੈਂ ਕੋਈ ਇੱਕ ਜਾਤ ਪਾਤ ਦੀ ਤਾਂ ਗੱਲ ਹੀ ਨਹੀਂ ਕੀਤੀ, ਨਾ ਗੁਰੂ ਨਾਨਕ ਸਾਹਿਬ ਨੇ ਗੱਲ ਕੀਤੀ ਆ, ਨਾ ਅਸੀਂ ਗੱਲ ਕਰ ਰਹੇ ਹਾਂ। ਅਸੀਂ ਤਾਂ ਉਹਨਾਂ ਦੇ ਚੱਲਣ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਜਿਹੜਾ ਜੇ ਵਿਕਾਸ ਕੀਤਾ, ਯਾਨੀ ਕਿ ਬੀਜੇਪੀ ਤੇ ਮੋਦੀ ਗਵਰਨਮੈਂਟ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਨੂੰ ਫੋਲੋ ਕਰਦੀ ਹੈ, ਕਹਿ ਰਹੇ ਹੋ? ਕਰਨ ਦੀ ਕੋਸ਼ਿਸ਼ ਕਰਦੇ ਆ, ਅਸੀਂ ਕਿਉਂ ਨਹੀਂ ਕਰਦੇ? ਕਰਤਾਰਪੁਰ ਸਾਹਿਬ ਦਾ ਲੰਗਾ ਖੋਲਿਆ ਨਹੀਂਗਾ, ਉਹ ਗੁਰੂ ਨਾਨਕ ਸਾਹਿਬ ਨੂੰ ਨਮਸਕਾਰ ਨਹੀਂ ਕੀਤੀ ਜਿਹੜੀ ਅਸੀਂ ਕਿੰਨੇ ਦੇਰ ਦੀ ਅਰਦਾਸ ਕਰ ਰਹੇ ਸੀ। ਕਾਲੀਆਂ ਸੂਚੀਆਂ ਨਹੀਂ ਖਤਮ ਕੀਤੀਆਂ ਜਿਹੜੀ ਕਾਂਗਰਸ ਨੇ ਬਣਾਈਆਂ ਸੀਗੀਆਂ, ਉਹ ਕਾਲੀਆਂ ਸੂਚੀਆਂ ਕਿਹਨੇ ਖਤਮ ਕੀਤੀਆਂ? ਭਾਜਪਾ ਨੇ ਖਤਮ ਕੀਤੀਆਂ ਨਾ। ਇਹ ਗੱਲ ਸਮਝਣੀ ਪੈਣੀ ਹੈ। ਜੇ ਵੀਰਬਾਲ ਦਿਵਸ ਛੋਟੇ ਸਾਹਿਬਜ਼ਾਦੇ ਨੂੰ ਸ਼ਹਾਦਤ, ਮੇਰੀ ਗੱਲ ਸੁਣੋ ਜੀ, ਛੋਟੇ ਸਾਹਿਬਜ਼ਾਦੇ ਦੀ ਸ਼ਹਾਦਤ ਕਰਨੀ ਹੈ, ਤੁਸੀਂ ਪੂਰੇ ਤਰੀਕੇ ਨਾਲ ਫੋਲੋ ਕਰੋ। ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਜੀ। ਬੰਦਾ ਕੋਸ਼ਿਸ਼ ਹੀ ਕਰ ਸਕਦਾ ਹੈ, ਕਰਨਾ ਪ੍ਰਮਾਤਮਾ ਨੇ ਹੁੰਦਾ। ਬੰਦਾ ਕੋਸ਼ਿਸ਼ ਕਰ ਰਿਹਾ, ਭਾਰਤੀ ਜਨਤਾ ਪਾਰਟੀ ਕੋਸ਼ਿਸ਼ ਕਰ ਰਹੀ ਹੈ ਤੇ ਕੋਸ਼ਿਸ਼ਾਂ ਨੂੰ ਬੂਰ ਵੀ ਲੱਗ ਰਿਹਾ ਤੇ ਕਰ ਰਹੇ ਕੰਮ ਆਪਣੇ ਤੌਰ ਤੇ। ਨਹੀਂ, ਜਦੋਂ ਆਪਣੇ ਰਾਣਾ ਗੁਰਮੀਤ ਸੋਢੀ, ਕੈਪਟਨ ਅਮਰਿੰਦਰ ਸਿੰਘ, ਫਤਿਹ ਜੰਗ ਬਾਜਵਾ, ਇਹ ਸਾਰੇ ਜਦੋਂ ਵੋਟ ਮੰਗਣ ਜਾਣਗੇ, ਉੱਥੇ ਇਹ ਕਾਂਗਰਸ ਰਜੀਮ ਦੀਆਂ ਪ੍ਰਾਪਤੀਆਂ ਗਣਾਉਣਗੇ ਜਾਂ ਫਿਰ ਬੀਜੇਪੀ ਦੀਆਂ ਪ੍ਰਾਪਤੀਆਂ ਗਣਾਉਣਗੇ? ਦੇਖੋ, ਇੱਕ ਗੱਲ ਪਹਿਲਾਂ ਹੀ ਸਮਝਣੀ ਪੈਣੀ ਹੈ। ਜਿਹੜਾ ਬੰਦਾ ਭਾਰਤੀ ਜਨਤਾ ਪਾਰਟੀ 'ਚ ਆ ਰਿਹਾ, ਉਹ ਭਾਰਤੀ ਜਨਤਾ ਪਾਰਟੀ ਦੀ ਲਾਈਨ ਤੇ ਚੱਲ ਰਿਹਾ, ਉਹ ਦੇਸ਼ ਦੀ ਗੱਲ ਕਰ ਰਿਹਾ, ਸਮਾਜ ਦੀ ਗੱਲ ਕਰ ਰਿਹਾ, ਤੇ ਉਹ ਦੇਸ਼ ਦੀ ਗੱਲ ਕਰਨੀ ਮਾੜੀ ਦੀ ਗੱਲ ਥੋੜਾ ਹੈਗੀ ਹੈ। ਨਹੀਂ, ਚੰਗੀ ਮਾੜਾ ਕੰਮ ਕੀ ਹੈ? ਲੋਕ ਇਹ ਨਹੀਂ ਪੁੱਛਣਗੇ ਵੀ ਤੁਸੀਂ ਗਏ ਕਿਉਂ? ਨਹੀਂ, ਲੋਕ ਤਾਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਦੋਂ 1957 'ਚ ਕਾਂਗਰਸ ਤੋਂ ਇਲੈਕਸ਼ਨ ਲੜੇ ਸੀ, ਐਮਐਲਏ ਬਣੇ ਸੀ, ਕਿ ਉਹਨਾਂ ਨੂੰ ਪੁੱਛਿਆ? ਇਹ ਤਾਂ ਹਰ ਪਾਰਟੀ ਹੈ ਜਿਹੜੇ ਚੰਗੇ ਲੱਗਦੇ। ਮੈਂ ਗੱਲ ਕਰ ਰਿਹਾ ਨਾ, ਕਿੱਥੇ ਆ 10 ਸਾਲ ਹੋ ਗਏ? ਨਹੀਂ, ਬੜੇ ਕਾਂਗਰਸ ਨਹੀਂ ਬੈਠੇ ਤਾਂ ਕੀ ਹੈ, 5 ਵਾਰੀ ਸੀਐਮ ਨਹੀਂ ਬਣੇ, 6 ਵਾਰੀ ਉਸ ਤੋਂ ਬਾਅਦ। ਨਹੀਂ, ਸਿਰਫ ਇਹ ਗੱਲ ਸਮਝ ਨਹੀਂ ਬਣੀ। ਤਾਲੀਵਾਲ ਸਾਹਿਬ ਨਹੀਂ, ਨਿੱਜ ਦਾ ਹੁੰਦਾ ਮਕਸਦ, ਸਿਰਫ ਐਮਐਲਏ ਤੇ ਮੰਤਰੀ ਬਣਨਾ ਹੁੰਦਾ। ਬਿਲਕੁਲ ਮਕਸਦ ਨਿੱਜ ਦਾ ਨਹੀਂ ਹੁੰਦਾ। ਮੈਂ ਤਾਂ ਕਹਿੰਦਾ ਮਾਨਵਤਾ ਦੀ ਸੇਵਾ ਕਰਨੀ ਚਾਹੀਦੀ। ਅੱਜ ਲੋਕਾਂ ਨੂੰ ਲੱਗ ਰਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੀ ਸੇਵਾ ਕਰ ਸਕਦੀ ਹੈ, ਪੰਜਾਬ ਦੀ ਸੇਵਾ ਕਰਦੀ ਸੀ, ਵੈਲਕਮ। ਮਾੜੀ ਗੱਲ ਕੀ ਹੈ? ਚਲੋ ਲੰਬੀ, ਮੈਂ ਖੜਿਆਲ ਸਾਹਿਬ ਆਉਣਾ 1 ਮਿੰਟ ਲਈ। ਸਾਡੇ ਨਾਲ ਪੀਰ ਮੁਹੰਮਦ ਸਾਹਿਬ ਜੁੜੇ ਹੋਏ ਆ ਅਕਾਲੀ ਦਲ ਤੋਂ, ਤੇ ਮੇਰੇ ਖਿਆਲ ਨਾਲ ਸ਼ਾਇਦ ਨਹੀਂ ਹੈਗੇ ਇਸ ਵੇਲੇ। ਖੜਿਆਲ ਸਾਹਿਬ, ਗੱਲ ਇਹ ਆ ਕਿ ਜਦੋਂ ਬੀਜੇਪੀ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਨੂੰ ਫੋਲੋ ਕਰਨ ਦੀ ਗੱਲ ਕਹਿ ਰਹੀ ਹੈ, ਤੇ ਪੰਜਾਬ ਦੇ ਵਿੱਚ ਮੋਸਟਲੀ ਸੰਗਤ ਨਾਨਕ ਨਾਮ ਲੇਵ ਹੈ, ਔਰ ਇਹ ਕਹਿ ਰਹੇ ਆ ਕਿ ਅਸੀਂ ਉਹਨਾਂ ਦੇ ਪੰਧ ਦੇ ਉੱਤੇ ਚੱਲਦੇ ਹੋਏ ਜਿਹੜਾ ਹੈ, ਅਸੀਂ ਇਸ ਇਲੈਕਸ਼ਨ ਦੇ ਵਿੱਚ ਕੁੱਦੇ ਹਾਂ ਔਰ ਅਸੀਂ ਇਹ ਮੈਦਾਨ ਜਿਹੜਾ ਹੈ ਹਰ ਹਾਲ ਫਤਿਹ ਕਰਾਂਗੇ। ਇਸ ਤਕਰੀਰ ਤੋਂ ਬਾਅਦ ਕੋਈ ਘਬਰਾਹਟ, ਕੋਈ ਚਿੰਤਾ? ਬਹੁਤ ਘਬਰਾਹਟ ਹੋ ਰਹੀ ਹੈ ਧਾਲੀਵਾਲ ਸਾਹਿਬ, ਬੜੀ ਬੌਖਲਾਹਟ ਹੈ ਕਿ ਬੀਜੇਪੀ ਕਦੇ ਜਿੱਤ ਨਾ ਜਾਵੇ, ਕਿਉਂਕਿ ਪਹਿਲਾਂ ਹੀ ਦੇਖੋ ਇੰਨੀਆਂ ਸੀਟਾਂ ਪੰਜਾਬ ਦੇ ਵਿੱਚ, ਇੰਨਾ ਕੁਝ ਕੀਤਾ ਇਹਨਾਂ ਨੇ ਪੰਜਾਬ ਲਈ। ਬਜਟ ਦੇ ਵਿੱਚ ਕੋਈ ਐਲੋਕੇਸ਼ਨ ਨਹੀਂ, ਜ਼ੀਰੋ ਬਜਟ ਐਲੋਕੇਸ਼ਨ। ਪੁੱਛ ਲਓ ਜੀ ਜਿਹੜਾ ਸਵਾਲ ਪੁੱਛਣਾ ਜੀ। ਦੂਜੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਤੁਸੀਂ ਇਹ ਦੇਖੋ ਕਿ ਭਾਰਤੀ ਜਨਤਾ ਪਾਰਟੀ ਨੂੰ ਕਦੇ ਐਕਸੈਪਟ ਨਹੀਂ ਕੀਤਾ ਗਿਆ। ਕ੍ਰਿਸ਼ੀ ਕਾਨੂੰਨ ਆਏ, ਐਂਟੀ ਪੰਜਾਬ। ਬਜਟ ਐਲੋਕੇਸ਼ਨ, ਐਂਟੀ ਪੰਜਾਬ। ਜਦੋਂ ਮੋਦੀ ਸਾਹਿਬ ਆਏ ਸੀਗੇ 45,000 ਕਰੋੜ ਰੁਪਏ ਦਾ ਪੈਕੇਜ ਦਵਾਂਗੇ ਜੀ, 45 ਰੁਪਏ ਦਾ ਪੈਕੇਜ ਇਹਨਾਂ ਨੇ ਦਿੱਤਾ ਨਹੀਂ। ਉਹ ਤੋਂ ਬਾਅਦ NHM ਦੇ ਫੰਡਸ ਰੋਕ ਲਏ ਜਿਹੜੇ 550 ਕਰੋੜ ਰੁਪਏ ਦੇ ਸੀਗੇ, ਹੋਰ ਫੰਡਸ ਰੋਕ ਲਏ। ਕਿਸਾਨਾਂ ਨੂੰ ਜਿਹੜਾ ਐਗਜ਼ੈਂਪਸ਼ਨ ਨਹੀਂ ਦਿੱਤੀ, ਵੈਲਿਊ ਕੱਟ ਤੇ। ਸੋ ਭਾਰਤੀ ਜਨਤਾ ਪਾਰਟੀ ਤੋਂ ਬਹੁਤ ਬੌਖਲਾਹਟ ਹੈ, ਬੜੇ ਚਾਂਸਸ ਹੈ ਜੀ ਜਿੱਤਣ ਦੇ ਇਹਨਾਂ ਦੇ। ਖੜਿਆਲ ਸਾਹਿਬ ਮਾਫੀ ਚਾਹੁੰਦਾ ਰੋਕ ਰਿਹਾ। ਪੀਰ ਮੁਹੰਮਦ ਸਾਹਿਬ ਸਾਡੇ ਨਾਲ ਜੁੜੇ ਹੈ, ਮੈਂ ਇੱਕ ਵਾਰੀ ਉਹਨਾਂ ਦਾ ਜ਼ਰੂਰ ਇੱਕ ਇੰਪੋਰਟੈਂਟ ਡਾਇਰੈਕਸ਼ਨ ਚਾਹੁੰਦਾ। ਪੀਰ ਮੁਹੰਮਦ ਸਾਹਿਬ, ਕਾਫੀ ਦੇਰੀ ਕੀਤੀ ਬਾਕੀ ਪਾਰਟੀਆਂ ਦੇ ਮੁਕਾਬਲੇ ਕੈਂਡੀਡੇਟ ਦੇਣ ਦੇ ਵਿੱਚ, ਕੀ ਗੱਲ ਕੋਈ ਸਹਿਮਤੀ ਨਹੀਂ ਸੀ ਬਣ ਰਹੀ, ਕੋਈ ਘਬਰਾਹਟ ਸੀ, ਕੋਈ ਡਰ ਲੱਗ ਰਿਹਾ ਸੀਗਾ, ਜਾਂ ਕੋਈ ਕੈਂਡੀਡੇਟ ਨਹੀਂ ਸੀ ਮਿਲ ਰਿਹਾ, ਟਿਕਟ ਫੜਨ ਨੂੰ ਤਿਆਰ ਨਹੀਂ ਸੀ ਹੋ ਰਿਹਾ? ਦੇਖੋ, ਅਸੀਂ ਪਹਿਲਾਂ ਤਾਂ ਬੀਜੇਪੀ ਨੂੰ ਇੱਕ ਕੈਂਡੀਡੇਟ ਦਿੱਤਾ, ਠੀਕ ਹੈ ਜੀ, ਤੇ ਫਿਰ ਦੂਸਰੇ ਜਿਹੜੇ ਕਾਂਗਰਸ ਵਾਲੇ ਆ ਵਿਚਾਰੇ, ਉਹਨਾਂ ਦਾ ਖੋ ਕੇ ਬੰਦਾ ਤੋਂ ਆਪ ਵਾਲੇ ਲੈ ਗਏ। ਹਾਂਜੀ, ਤੇ ਉਹ ਵੀ ਤੁਸੀਂ ਦਵਾਇਆ? ਹਾਂ, ਕੁਝ ਸਮਝ ਲਓ। ਜਾਨੀ ਕਿ ਇਹੋ ਜਿਹੇ ਹਾਲਾਤ ਬਣੇ ਪਏ, ਤੇ ਉਹਨਾਂ ਦੇ ਵਿੱਚ ਜਿਹੜੇ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਨੇ, ਉਹ ਉਮੀਦਵਾਰ ਨੇ ਜਿਨ੍ਹਾਂ ਦਾ ਲੋਕਾਂ ਦੇ ਵਿੱਚ ਇੰਨਾ ਕੁ ਵੱਡਾ ਭਰੋਸਾ ਬਣਿਆ ਹੋਇਆ ਕਿ 2 ਵਾਰ ਤਾਂ ਉਹ ਜਿੱਤੇ ਨੇ। ਫਿਰ ਇੰਨੀ ਵੱਡੀ ਹਵਾ ਦੇ ਵਿੱਚ ਜਦੋਂ ਗੁੰਮਰਾਹਕੁਨ ਪ੍ਰਚਾਰ ਕੀਤਾ ਗਿਆ ਆਪ ਵੱਲੋਂ, ਤੇ ਉਸ ਵਕਤ ਵੀ ਉਹਨਾਂ ਨੂੰ ਬੰਗਾ ਹਲਕੇ ਤੋਂ ਜਿਤਾ ਦਿੱਤਾ ਲੋਕਾਂ ਨੇ। ਤੇ ਇਹੋ ਜਿਹੇ ਕੈਂਡੀਡੇਟ ਜਿਹੜੇ MBBS, MSc ਔਰ ਕਿੰਨੀਆਂ ਉਹਨਾਂ ਕੋਲ ਡਿਗਰੀਆਂ ਜਿਹੜੀਆਂ ਨੇ MS ਵਰਗੀਆਂ, ਉਹ ਲੈ ਕੇ ਤੇ ਉਹ ਡਾਕਟਰੀ ਦੀ ਸੇਵਾ ਵੀ ਕਰ ਰਹੇ ਨੇ ਲੋਕਾਂ ਦੀ। ਇਹੋ ਜਿਹੇ ਕੈਂਡੀਡੇਟ ਦਾ ਜਿਹੜਾ ਸੀ ਉਹਦੀ ਚੈਨ ਕਰਨਾ, ਉਹ ਉਹਦੇ ਲਈ ਤੁਸੀਂ ਦੇਖੋ ਮੁਫਤ ਕੰਸਲਟੈਂਸੀ ਦਿੰਦੇ ਆ, ਮੁਫਤ ਇਲਾਜ ਕਰਦੇ ਆ ਜੀ। ਬਿਲਕੁਲ, ਜਿਹੜੇ ਹਲਕੇ ਦੇ ਜਿੰਨੇ ਵੀ ਲੋਕ ਨੇ, ਤੁਸੀਂ ਇੱਥੇ ਦੇਖੋ, ਅਸੀਂ ਇਕੱਠੇ ਕੰਪੇਨ ਕਰ ਰਹੇ ਸੀ ਤੇ ਇੱਕ ਬੀਬੀ ਦਾ ਫੋਨ ਆਇਆ
ਕਿ ਡਾਕਟਰ ਸਾਹਿਬ ਠੀਕ ਠਾਕ ਹੋ? ਕਹਿੰਦੇ ਹਾਂ ਠੀਕ ਠਾਕ ਆ। ਕਹਿੰਦੇ ਕਿ ਮੈਂ ਆਪਰੇਸ਼ਨ ਕਰਾਉਣਾ, ਤਾਂ ਕਹਿੰਦੇ ਜੀ ਤੁਸੀਂ ਕਰਾ ਲਓ। ਕਹਿੰਦੇ ਨਹੀਂ ਜੀ ਤੁਹਾਡੇ ਕੋਲ ਕਰਾਉਣਾ ਹੈ। ਤਾਂ ਕਹਿੰਦੇ ਕਿ ਮੈਂ ਤਾਂ ਇਲੈਕਸ਼ਨ ਕੰਪੇਨ 'ਚ ਆ। ਕਹਿੰਦੇ ਨਹੀਂ ਤੁਸੀਂ ਮੇਰੇ ਲਈ ਟਾਈਮ ਕੱਢੋ। ਆ 3 ਦਿਨ ਪਹਿਲਾਂ ਉਹਨਾਂ ਦਾ ਆਪਰੇਸ਼ਨ ਆਪ ਕਰਕੇ ਆਏ। ਇਸ ਕਰਕੇ ਇਹੋ ਜਿਹੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਜਿਹੜਾ ਸਮਾਜ ਪੀਰ ਦੇ ਮੁਹੰਮਦ ਵਿੱਚ ਸਾਹਿਬ, ਵੱਖਰਾ ਰੁਤਬਾ, ਇਸ ਕਾਈਂਡਨੈਸ ਦੀ ਬਦੌਲਤ ਉਮੀਦ ਜਾਗਦੀ ਹੈ ਕਿ ਪੰਜਾਬ ਦੇ ਵੋਟਰ ਤੁਹਾਡੇ ਲਈ ਵੋਟ ਕੱਢਣਗੇ। ਤੁਸੀਂ ਦੇਖੋ ਅੱਜ ਜਿਹੜੀ ਐਡੀ ਦੁਖਦਾਈ ਘਟਨਾ ਵਾਪਰੀ ਹੈ ਮੋਰਿੰਡੇ ਦੇ ਵਿੱਚ, ਜੀ ਮੈਂ ਤਾਂ ਚਾਹੁੰਦਾ ਸੀ ਕਿ ਟੌਪਿਕ ਅੱਜ ਉਸ ਦੇ ਉੱਤੇ ਤੁਸੀਂ ਕਰਦੇ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਕੀਤੀ ਗਈ, ਪਿਛਲੇ ਸਮੇਂ 'ਚ ਦੋਸ਼ ਸਾਡੇ ਤੇ ਲਾਉਂਦੇ ਸੀ। ਫਿਰ ਕਾਂਗਰਸ ਕਹਿੰਦੀ ਅਸੀਂ ਦੋਸ਼ੀ ਲੱਭਾਂਗੇ, ਫਿਰ ਆਪ ਕਹਿੰਦੀ ਅਸੀਂ ਦੋਸ਼ੀ ਲੱਭਾਂਗੇ। ਪਰ ਅੱਜ ਜਿਹੜੀ ਘਟਨਾ ਵਾਪਰੀ ਹੈ ਫਿਰ ਉੱਥੇ ਮੋਰਿੰਡੇ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਸ ਤਰੀਕੇ ਨਾਲ ਨਿਰਾਦਰ ਕੀਤਾ ਗਿਆ ਔਰ ਗ੍ਰੰਥੀ ਸਿੰਘਾਂ ਦੀਆਂ ਦਸਤਾਰਾਂ ਤਾਰੀਆਂ ਗਈਆਂ, ਉਹ ਇਸ ਰਾਜ ਦੇ ਵਿੱਚ ਔਰ ਇਸ ਪਾਰਟੀ ਦੀ ਹੋਂਦ ਆਉਣ ਤੋਂ ਬਾਅਦ ਲਗਾਤਾਰ ਜਿਹੜੀਆਂ ਬੇਅਦਬੀਆਂ ਦਾ ਦੌਰ ਚੱਲ ਰਿਹਾ ਹੈ, ਤਾਂ ਇਹੋ ਜਿਹੇ ਰਾਜ ਦੇ ਵਿੱਚ ਜਿੱਥੇ ਨਾ ਕੋਈ ਨਾਗਰਿਕ ਸੁਰੱਖਿਅਤ ਹੈ, ਨਾ ਕੋਈ ਧਰਮ ਸੁਰੱਖਿਅਤ ਹੈ, ਨਾ ਸਮਾਜ ਦਾ ਹਰ ਜਿਹੜਾ ਵਰਗ ਹੈ ਉਹ ਦੁਖੀ ਹੋਇਆ ਪਿਆ ਹੈ, ਤਾਂ ਉੱਥੇ ਕੇਵਲ ਤੇ ਕੇਵਲ ਜਿਹੜੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਉਸ ਨੇ ਹੀ ਇਹ ਸਾਰਾ ਲੋਕਾਂ ਦਾ ਭਰੋਸਾ ਜਿੱਤਣਾ। ਔਰ ਪਿਛਲੀ ਸਮੇਂ ਦੇ ਵਿੱਚ ਜਿਹੜੀ ਆ ਅਸੈਂਬਲੀ ਇਲੈਕਸ਼ਨ ਹੋਇਆ ਉਹਦੇ ਵਿੱਚ ਜਿੰਨਾ ਗੁੰਮਰਾਹ ਕੋਨ ਇਹਨਾਂ ਨੇ ਝੂਠਾ ਪ੍ਰਚਾਰ ਕੀਤਾ ਸੀ, ਉਹ ਅੱਜ 12 ਮਹੀਨਿਆਂ ਦੇ ਵਿੱਚ ਸਾਰੀ ਗੱਲਾਂ ਕਹਿ ਰਹੇ ਹੋ ਪੀਰ ਮੁਹੰਮਦ ਸਾਹਿਬ, ਤੇ ਉਹ ਲੋਕਾਂ 'ਚ ਐਕਸਪੋਜ਼ ਕਿਉਂ ਨਹੀਂ ਹੋਏ? ਤੁਸੀਂ ਸੰਗਰੂਰ ਜਿਹੜੀ ਬਾਈ ਇਲੈਕਸ਼ਨ ਹੈ ਉਹਦੇ ਵਿੱਚ ਤੁਸੀਂ ਕਿੰਨਵੇਂ ਨੰਬਰ ਤੇ ਆਏ ਹੋ? ਮੈਨੂੰ ਸ਼ਾਇਦ ਕਹਿਣ ਦੀ ਜ਼ਰੂਰਤ ਨਹੀਂ। 3 ਸੀਟਾਂ ਸਿਰਫ ਵਿਧਾਨ ਸਭਾ ਦੇ ਵਿੱਚ ਲੋਕਾਂ ਨੇ ਤੁਹਾਨੂੰ ਦਿੱਤੀਆਂ ਨੇ। ਜੇ ਵਾਕਈ ਤੁਸੀਂ ਲੋਕਾਂ ਦੀ, ਪੰਜਾਬ ਦੇ ਲੋਕਾਂ ਦੀ, ਪੰਜਾਬੀਆਂ ਦੀ ਹਿਤੈਸ਼ੀ ਪਾਰਟੀ ਹੋ, ਤੇ ਪੰਜਾਬੀਆਂ ਨੇ ਨਕਾਰ ਕਿਉਂ ਦਿੱਤਾ? ਦੇਖੋ ਗੱਲ ਇਹ ਆ ਕਿ ਸੰਗਰੂਰ ਦੇ ਹਾਲਾਤ ਕੁਝ ਹੋਰ ਸੀ। ਉੱਥੇ 2 ਘਟਨਾਵਾਂ ਇਹੋ ਜਿਹੀਆਂ ਵਾਪਰੀਆਂ ਸੀ, ਸੰਦੀਪ ਸਿੰਘ ਸਿੱਧੂ ਔਰ ਉਸ ਤੋਂ ਬਾਅਦ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ। ਇਹ ਜਿਹੜੇ 2 ਸਿੱਧੂਆਂ ਦਾ ਉੱਥੇ ਮਰਡਰ ਹੋਇਆ, ਤੇ ਉਹ ਦੋਨੋਂ ਜਿਹੜੇ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਨਾਲ ਖੜੇ ਸਨ ਲੰਮੇ ਸਮੇਂ ਤੋਂ, ਉਹਨਾਂ ਦੇ ਪ੍ਰਚਾਰ ਦਾ ਇੱਕ ਅਸਰ ਹੋਇਆ। ਤੇ ਉਸ ਵੇਲੇ ਜਿਵੇਂ ਆਮ ਆਦਮੀ ਪਾਰਟੀ ਨੂੰ ਇੱਕ ਤਰਫਾ ਵੋਟ ਮੇਰਾ ਸਵਾਲ ਹੈ ਪੀਰ ਮੁਹੰਮਦ ਸਾਹਿਬ ਵੀ ਉਹ ਚੜ੍ਹਦੀ ਕਲਾ ਵਾਲੇ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਨਾਲ, ਪੰਜਾਬੀਆਂ ਦੀ ਪਾਰਟੀ ਨਾਲ, ਸਿੱਖਾਂ ਦੀ ਪਾਰਟੀ ਨਾਲ ਆ ਕੇ ਕਿਉਂ ਨਹੀਂ ਖੜੇ? ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਕਿਉਂ ਖੜੇ? ਇਹੀ ਤਾਂ ਸਵਾਲ ਹੈ। ਦੇਖੋ ਪਤਾ ਕੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਫੰਕਸ਼ਨ ਇਹੋ ਜਿਹਾ ਹੈਗਾ ਮਾਨ ਸਾਹਿਬ ਵਰਗਾ, ਉਹਨਾਂ ਨੂੰ ਚਲੋ ਲੋਕਾਂ ਨੇ ਮਾਨਤਾ ਦੇ ਦਿੱਤੀ, ਪਰ ਇਹ ਜਲੰਧਰ ਦੇ ਹਾਲਾਤ ਕੁਝ ਬਿਲਕੁਲ ਹੀ ਅਲੱਗ ਨੇ। ਜਲੰਧਰ ਦੇ ਹਾਲਾਤ ਬਿਲਕੁਲ ਵੱਖਰੇ ਨੇ, ਉਸ ਤੋਂ ਬਿਲਕੁਲ ਅਲੱਗ ਹਾਲਾਤ ਨੇ। ਚਲੋ ਖੜਿਆਲ ਸਾਹਿਬ, ਕੀ ਰਾਜਸੀ ਪਾਰਟੀਆਂ ਹਾਲਾਤ ਨੂੰ ਵੇਖ ਕੇ ਰਾਜਨੀਤੀ ਕਰਦੀਆਂ ਨੇ? ਹਾਲਾਤ ਨੂੰ ਵੇਖ ਕੇ ਗੱਡੀ ਮੋੜਦੀਆਂ ਨੇ? ਇਹ ਤਾਂ ਜੀ ਰਾਜਸੀ ਪਾਰਟੀ ਦਾ ਸਕਦੀ ਹੈ। ਬਾਕੀ ਜਿੱਥੋਂ ਤੱਕ ਬੀਜੇਪੀ ਦੀ ਗੱਲ ਹੈ, ਧਾਲੀਵਾਲ ਸਾਹਿਬ ਤੁਹਾਨੂੰ ਯਾਦ ਹੋਊਗਾ ਕਿ ਸੰਗਰੂਰ 'ਚ ਵੀ ਇਹਨਾਂ ਕੋਲੇ ਕੈਂਡੀਡੇਟ ਸੀਗਾ ਨਹੀਂ। ਕਾਂਗਰਸ ਪਾਰਟੀ 'ਚੋਂ ਜਿਨ੍ਹਾਂ ਨੂੰ ਇੰਡਕਟ ਕੀਤਾ ਸੀਗਾ ਉਹਨਾਂ ਨੂੰ ਟਿਕਟ ਦਿੱਤੀ। ਐਤਕੀ ਵੀ ਇਹਨਾਂ ਨੇ ਸੇਮ ਪ੍ਰੋਸੀਜਰ ਫੋਲੋ ਕੀਤਾ ਹੈ। ਤਾਂ ਇਹੀ ਆਪਣਾ ਹਿਸਟਰੀ ਵਿਲ ਰਿਪੀਟ ਇਟਸੈਲਫ, ਇਤਿਹਾਸ ਇੱਥੇ ਵੀ ਦੁਹਰਾਊਗਾ, ਬੀਜੇਪੀ ਹਾਰੂਗੀ। ਦੂਜੀ ਗੱਲ ਇਹ ਹੈ, ਇਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 'ਚ ਵੀ ਅਟਵਾਲ ਸਾਹਿਬ ਸਾਡੇ ਨਾਲ ਹੀ ਸੀਗੇ। ਮਤਲਬ ਅਟਵਾਲ ਸਾਹਿਬ ਸ਼੍ਰੋਮਣੀ ਅਕਾਲੀ ਦਲ 'ਚ ਉਦੋਂ ਸੀ ਜਦੋਂ ਉਹਨਾਂ ਨੇ ਕ੍ਰਿਸ਼ੀ ਕਾਨੂੰਨ ਦਾ ਪੂਰਾ ਵਿਰੋਧ ਕੀਤਾ, ਜਦੋਂ ਤੁਹਾਨੂੰ ਕੰਡੈਮ ਕੀਤਾ, ਕ੍ਰਿਟਿਸਾਈਜ਼ ਕੀਤਾ, ਆਲੋਚਨਾ ਕੀਤੀ ਹੈ 700 ਕਿਸਾਨ ਸ਼ਹੀਦ ਕਰਾਉਣ ਲਈ। ਉਹ ਮੋਰੈਲਿਟੀ, ਉਹ ਨੈਤਿਕਤਾ ਭਾਰਤੀ ਜਨਤਾ ਪਾਰਟੀ ਦੱਸੇ ਕਿੱਥੇ ਚਲੀ ਜਾਂਦੀ ਹੈ। ਦੂਜੀ ਗੱਲ ਇਹ ਹੈ, ਮਤਲਬ ਜਿਹਨੇ ਤੁਹਾਨੂੰ ਕੰਡੈਮ ਕੀਤਾ, ਕ੍ਰਿਟਿਸਾਈਜ਼ ਕੀਤਾ ਤੁਹਾਡੀ ਪਾਲਿਸੀਜ਼ ਲਈ, ਅੱਜ ਇਹ ਕਹਿ ਰਹੇ ਕਿ ਸਾਡੀ ਲਾਈਨ ਫੋਲੋ ਕਰ ਰਹੇ ਹੈ ਜੀ, ਸਾਡੀ ਲਾਈਨ ਟੋ ਕਰ ਰਹੇ ਹੈ ਜੀ। ਇਹ ਬੜੇ ਚੰਗੀ ਤਰ੍ਹਾਂ ਦਿਖ ਰਿਹਾ ਹੈ। ਇਹਨਾਂ ਨੇ ਮਾਫੀ ਵੀ ਜਦੋਂ ਧਾਲੀਵਾਲ ਸਾਹਿਬ ਮੰਗੀ ਸੀ, ਇਹਨਾਂ ਨੇ ਇਸ ਗੱਲ ਦੀ ਮਾਫੀ ਨਹੀਂ ਮੰਗੀ ਵੀ 700 ਕਿਸਾਨ ਸ਼ਹੀਦ ਹੋ ਗਏ, ਲਖੀਮਪੁਰ ਕਾਂਡ ਹੋ ਗਿਆ, 4 ਕਿਸਾਨ ਕੁਚਲ ਕੇ ਮਾਰਤੇ ਬੀਜੇਪੀ ਦੇ ਲਾਟ ਸਾਹਿਬ ਨੇ, ਜਾਂ ਅਸੀਂ 6 ਵਾਅਦੇ ਜਿਹੜੇ ਕਰਕੇ ਕਿਸਾਨਾਂ ਨੂੰ ਤੋਰਿਆ ਸੀਗਾ ਘਰੇ, ਉਹ ਨਹੀਂ ਡਿਲੀਵਰ ਕੀਤੇ। ਮਾਫੀ ਇਹ ਮੰਗੀ ਵੀ ਅਸੀਂ ਤੁਹਾਨੂੰ ਸਮਝਾ ਨਹੀਂ ਜੀ ਸਕੇ ਵੀ ਕ੍ਰਿਸ਼ੀ ਕਾਨੂੰਨ ਬੜੇ ਵਧੀਆ ਸੀਗੇ। ਕਿਸਾਨਾਂ ਨੂੰ ਤਾਂ ਇਹਨਾਂ ਨੂੰ ਲੱਗਦਾ ਕੁਝ ਪਤਾ ਹੀ ਨਹੀਂ, ਜਿਨ੍ਹਾਂ ਨੇ ਆਪਣੀ ਜ਼ਿੰਦਗੀਆਂ ਵਾਰਤੀਆਂ, ਜਿਨ੍ਹਾਂ ਨੇ ਇੰਨਾ ਟਾਈਮ ਦਿੱਤਾ ਹੈ ਕਿਸਾਨੀ ਨੂੰ। ਤੇ ਬੀਜੇਪੀ ਦੀ ਸਰਕਾਰ ਜੋ ਏਸੀ ਆਫਿਸ 'ਚ ਬੈਠੀ ਉਹਨੂੰ ਜ਼ਿਆਦਾ ਪਤਾ ਇਹਨਾਂ ਨੂੰ ਲੱਗਦਾ। ਦੂਜਾ ਇਹ ਹੈ, ਇਹਨਾਂ ਨੇ ਸੱਜਣ ਕੁਮਾਰ ਦੀ ਗੱਲ ਕੀਤੀ। ਦੇਖੋ ਜਿੱਦਨ ਸੱਜਣ ਕੁਮਾਰ ਤੇ ਟੌਪਿਕ ਰੱਖਿਆ, ਮੈਨੂੰ 10 ਨਹੀਂ 20 ਨਹੀਂ, ਮੈਨੂੰ 25 ਸਵਾਲ ਪੁੱਛ ਲਿਓ, ਤੁਹਾਨੂੰ 50 ਜਵਾਬ ਦੇ ਦੂੰਗਾ। ਅੱਜ ਟੌਪਿਕ ਅੰਮ੍ਰਿਤਪਾਲ ਹੈ ਤੇ ਜਲੰਧਰ ਬਾਈ ਇਲੈਕਸ਼ਨ ਹੈ। ਮੇਰਾ ਸਵਾਲ ਭਾਰਤੀ ਜਨਤਾ ਪਾਰਟੀ ਨੂੰ ਇਹੀ ਹੈ ਕਿ 3 ਹਫ਼ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਐਕਸ਼ਨ ਨਹੀਂ ਲਿਆ ਅਜਨਾਲਾ ਕਾਂਡ ਤੋਂ ਬਾਅਦ, ਤੁਸੀਂ ਕਿਸ ਚੀਜ਼ ਦੀ ਉਡੀਕ ਕਰ ਰਹੇ ਸੀਗੇ? ਦੂਜਾ, ਜਿਹੜੇ ਮੈਂ 6 ਸਵਾਲ ਇਹ ਤੋਂ ਪਹਿਲਾਂ ਪੁੱਛੇ, ਉਹਨਾਂ ਚੋਂ ਕਿਸੇ ਸਵਾਲ ਦਾ ਵੀ ਜਵਾਬ ਜੇ ਬੀਜੇਪੀ ਕੋਲੇ ਹੈਗਾ ਤਾਂ ਉਹ ਦੇ ਦੇ। ਲਾਸਟ ਚੀਜ਼ ਇਹ ਹੈ, ਤੁਸੀਂ ਇਹ ਦੇਖੋ
ਕਿ ਇਹਨਾਂ ਨੂੰ ਕਹਿਣਾ ਪੈ ਰਿਹਾ ਹੈ ਕਿ ਅਸੀਂ ਨਾ ਜਿੱਤਾਂਗੇ ਜ਼ਰੂਰ ਜੀ। ਬੀਜੇਪੀ ਵੀ ਕਹਿ ਰਹੀ ਹੈ, ਸ਼੍ਰੋਮਣੀ ਅਕਾਲੀ ਦਲ ਵੀ ਕਹਿ ਰਿਹਾ, ਆਮ ਆਦਮੀ ਪਾਰਟੀ ਵੀ ਕਹਿ ਰਹੀ ਹੈ, ਕਾਂਗਰਸ ਵੀ ਕਹਿ ਰਹੀ ਹੈ ਜਿੱਤੂ ਇੱਕ। ਲੇਕਿਨ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਪਤਾ ਹੈ ਕਿ ਮਜਬੂਰੀ ਤਹਿਤ ਇਹਨਾਂ ਨੂੰ ਕਹਿਣਾ ਪੈ ਰਿਹਾ। ਮਨ 'ਚ ਇਹਨਾਂ ਨੂੰ ਵੀ ਪਤਾ ਕਿ ਅਸੀਂ ਹਾਰਾਂਗੇ, ਕਿਉਂਕਿ ਨਾ ਅਸੀਂ ਪੰਜਾਬ ਲਈ ਕੁਝ ਵਧੀਆ ਕੀਤਾ, ਨਾ ਸਾਡੀ ਪੰਜਾਬ ਨੂੰ ਕੋਈ ਦੇਣ ਹੈ, ਤੇ ਤਾਂ ਕਰਕੇ ਸਾਨੂੰ ਇਹਦਾ ਖਾਮਿਆਜ਼ਾ ਭੁਗਤਣਾ ਪੈਣਾ ਆਉਣ ਵਾਲੇ ਇਲੈਕਸ਼ਨ ਦੇ ਵਿੱਚ। ਤੇ ਜਿੱਥੋਂ ਤੱਕ ਤੁਸੀਂ ਇਹ ਦੇਖੋ, ਰਿੰਕੂ ਤੁਸੀਂ ਕਿਹਾ ਵੀ ਰਿੰਕੂ ਜੀ ਕਾਂਗਰਸ ਪਾਰਟੀ ਛੱਡ ਕੇ ਆਪ ਸ਼ਾਮਿਲ ਹੋ ਗਏ। ਯੋਗੇਂਦਰ ਯਾਦਵ ਜੋ ਕੋ ਫਾਊਂਡਰ ਸੀਗੇ ਉਹ ਵੀ ਛੱਡ ਕੇ ਗਏ ਆਮ ਆਦਮੀ ਪਾਰਟੀ ਨੂੰ। ਪ੍ਰਸ਼ਾਂਤ ਭੂਸ਼ਣ ਉਹ ਵੀ ਛੱਡ ਕੇ ਗਏ। ਧਰਮਵੀਰ ਗਾਂਧੀ, ਛੋਟੇਪੁਰ, ਸੁਖਪਾਲ ਖਹਿਰਾ ਸਾਹਿਬ। ਸੋ ਉਹਦੇ ਬਾਵਜੂਦ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਸਕਦੀ ਹੈ ਤੇ ਸਾਡੇ ਲੀਡਰ ਦੇ ਜਾਣ ਦੇ ਬਾਵਜੂਦ ਅਸੀਂ ਕਿਉਂ ਨਹੀਂ ਜਲੰਧਰ ਬਾਈ ਇਲੈਕਸ਼ਨ ਜਿੱਤ ਸਕਦੇ ਜੀ। ਦੂਜਾ, ਆਮ ਆਦਮੀ ਪਾਰਟੀ ਕੋਲੇ ਇਹ ਸੀਟ ਜਾਣ ਦਾ ਫਾਇਦਾ ਵੀ ਨਹੀਂ। ਤੁਸੀਂ ਇਹ ਦੇਖੋ, ਇਹਨਾਂ ਦੇ 0 ਲੋਕ ਸਭਾ ਐਮਪੀਜ਼ ਹੈ, ਇੱਕ ਵੀ ਨਹੀਂ ਐਮਪੀ। ਦੂਜਾ, ਇਹਨਾਂ ਨੇ ਇੱਕ ਬਿਆਨ ਕੀ ਦਿੱਤਾ, ਕਹਿੰਦੇ ਜੀ ਤੁਸੀਂ ਕਿਸੇ ਹੋਰ ਨੂੰ ਨਾ ਜਿਤਾਇਓ ਕਿਉਂਕਿ ਸਟੇਟ ਸਰਕਾਰ ਸਾਡੀ ਹੈ, ਫੰਡਸ ਵੀ ਅਸੀਂ ਦੇਣੇ ਤੇ ਡਿਵੈਲਪਮੈਂਟ ਵੀ ਅਸੀਂ ਕਰਾਉਣੀ ਹੈ। ਇਹ ਗੱਲ ਆਪ ਹੀ ਭੁੱਲ ਗਏ ਵੀ ਭਗਵੰਤ ਮਾਨ ਸਾਹਿਬ ਵੀ ਐਮਪੀ ਸੀ ਜਦੋਂ ਸਰਕਾਰ ਉਹਨਾਂ ਦੀ ਨਹੀਂ ਸੀ, ਕਾਂਗਰਸ ਪਾਰਟੀ ਦੀ ਸੀ। ਕਿ ਉਹਦੇ ਬਾਵਜੂਦ ਭਗਵੰਤ ਮਾਨ ਸਾਹਿਬ ਨੇ ਕੋਈ ਕੰਮ ਨਹੀਂ ਕੀਤਾ, ਕੋਈ ਡਿਵੈਲਪਮੈਂਟਲ ਕੋਈ ਪ੍ਰੋਜੈਕਟਸ ਨਹੀਂ ਲੈ ਕੇ, ਕੋਈ ਪਾਲਿਸੀਜ਼ ਕੁਝ ਨਹੀਂ ਹੋਇਆ ਉੱਥੇ। ਸੋ ਜੇ ਤਾਂ ਆਮ ਆਦਮੀ ਪਾਰਟੀ ਇਹ ਚੀਜ਼ ਐਡਮਿਟ ਕਰਦੀ ਹੈ ਤਾਂ ਇਹ ਤਰਕ ਦਵੇ, ਨਹੀਂ ਤਾਂ ਇਹ ਵਾਪਸ ਲੈ ਲੇ। ਸੋ ਸਾਡਾ ਤਾਂ ਇੰਨਾ ਹੀ ਕਹਿਣਾ ਜੀ ਕਿ ਕਾਂਗਰਸ ਪਾਰਟੀ ਜਿੱਤੂਗੀ, ਫੋਰ ਸ਼ੋਰ ਜਿੱਤੂਗੀ, ਤੇ ਜਲੰਧਰ ਦੇ ਲੋਕਾਂ ਨੇ ਕਿਸੇ ਦੀ ਬਾਹ ਫੜਨੀ। ਚਲੋ, ਜਿਹੜੇ ਤੁਹਾਡੇ ਪਾਏ ਹੋਏ ਸਵਾਲ ਹੈ ਮੈਂ ਗੋਸ਼ਾ ਸਾਹਿਬ ਤੋਂ ਪੁੱਛ ਲਾਂ। ਗੋਸ਼ਾ ਸਾਹਿਬ, ਮੈਂ ਇਹਦੇ ਵਿੱਚ ਕੁਝ ਐਡ ਨਹੀਂ ਕਰਦਾ, ਸਿੱਧੇ ਕੱਟ ਸਵਾਲ ਤੁਹਾਨੂੰ ਖੜਿਆਲ ਸਾਹਿਬ ਦੇ। ਧਾਲੀਵਾਲ ਸਾਹਿਬ, ਗੱਲ ਪਹਿਲਾਂ ਸਮਝਣੀ ਪੈਣੀ, ਕਾਂਗਰਸ ਨੇ ਦੇਸ਼ ਦੇ ਹਾਲਾਤ ਕੀਤੇ ਕੀ। ਕਾਂਗਰਸ ਨੇ ਪੰਜਾਬ ਨੂੰ ਕਿੰਨੀ ਵਾਰੀ ਵੰਡਿਆ। ਪਹਿਲਾਂ ਆਜ਼ਾਦੀ ਦੇ ਨਾਮ ਤੇ 1947 ਚ ਵੰਡਿਆ, ਫਿਰ 1966 ਤੇ ਪੰਜਾਬੀ ਦੇ ਸੂਬੇ ਦੇ ਨਾਮ ਤੇ ਪੰਜਾਬ ਨੂੰ ਵੰਡਿਆ। ਸਮੁੱਚੀ ਦੁਨੀਆ ਜਾਂਦੀ, ਲੱਖਾਂ ਬੰਦੇ ਮਰ ਗਏ ਇਹਨਾਂ ਦੇ ਜਿਹੜੇ ਸਵਾਲਾਂ ਦੇ ਜਵਾਬ ਦਿੰਦੇ ਦਿੰਦੇ, ਇਹਨਾਂ ਦੇ ਪੂਰਨੇ ਪਾਏ ਹੋਏ। ਅੱਜ ਕਾਂਗਰਸ ਨੇ ਦੇਸ਼ ਦੇ ਵਿੱਚ ਖਤਮ ਹੋ ਰਹੀ ਹੈ, ਸਭ ਦੇਖ ਰਿਹਾ। ਰਾਹੁਲ ਗਾਂਧੀ ਜੀ ਨੂੰ ਦੇਖੋ, ਇੱਕ ਪਰਿਵਾਰਵਾਦੀ ਪਾਰਟੀ ਹੈ। ਪਹਿਲਾਂ ਨਹਿਰੂ ਸਾਹਿਬ ਆਏ, ਫਿਰ ਇੰਦਰਾ ਜੀ ਆਏ, ਫਿਰ ਉਸ ਤੋਂ ਬਾਅਦ ਰਾਜੀਵ ਜੀ ਆਏ, ਫਿਰ ਸੋਨੀਆ ਜੀ ਆਏ, ਹੁਣ ਰਾਹੁਲ ਗਾਂਧੀ ਨੂੰ ਚਮਕਾਉਣ ਫਿਰਦੇ ਆ। ਉਹ ਕੈਪੇਬਿਲਿਟੀ ਵੀ ਚਾਹੀਦੀ ਹੁੰਦੀ ਹੈ, ਪਤਾ ਹੋਣਾ ਚਾਹੀਦਾ ਸਾਡੀ ਦੇਸ਼ ਦੀ ਸੰਸਕ੍ਰਿਤੀ ਕੀ ਹੈ। ਹੁਣ ਮੈਂ ਦੇਸ਼ ਦੀ ਸੰਸਕ੍ਰਿਤੀ ਗੱਲ ਕਰਨ ਲੱਗਾ, ਕਿੱਡਾ ਵੱਡਾ ਫੈਸਲਾ ਲਿਆ ਕੱਲ ਪ੍ਰਧਾਨ ਮੰਤਰੀ ਸਾਹਿਬ ਨੇ। ਉਹਨਾਂ ਨੇ ਆਪਣੀ ਸੰਸਕ੍ਰਿਤੀ ਵਧਾਈ ਹੈ। ਪੰਜਾਬ ਜਿਹੜਾ ਪੇਪਰ ਜਿਹੜੇ ਇੰਗਲਿਸ਼ ਤੇ ਹਿੰਦੀ ਦੇ ਵਿੱਚ ਹੁੰਦੇ ਸੀ, ਸੀਆਰਪੀ ਦੇ, ਚਾਹੇ ਬੀਐਸਐਫ ਦੇ, ਚਾਹੇ ਨਾਰਕੋਟਿਕ ਸੈੱਲ ਦੇ, ਚਾਹੇ ਇੰਟੈਲੀਜੈਂਸ ਏਜੰਸੀਆਂ ਦੇ, ਉਹਨੂੰ ਸਾਰੇ ਸਟੇਟਾਂ ਦੇ ਵਿੱਚ ਲਾਗੂ ਕਰਤਾ। ਪੰਜਾਬ ਦੇ ਵਿੱਚ ਪੰਜਾਬੀ 'ਚ ਪੇਪਰ ਹੋਣਗੇ। ਕਿੱਡਾ ਵੱਡਾ ਫੈਸਲਾ। ਇਹ ਫੈਸਲਾ, ਇਹ ਸੰਸਕ੍ਰਿਤੀ ਹੈ। ਇਹ ਅੰਗਰੇਜ਼ਾਂ ਦੀ ਫਿਲਾਸਫੀ ਤੇ ਚੱਲਦੇ ਆ, ਤੇ ਜਿਹੜੀ ਭਾਜਪਾ ਆ ਉਹ ਦੇਸ਼ ਦੀ ਸੰਸਕ੍ਰਿਤੀ ਤੇ ਚੱਲਦੀ ਆ, ਭਾਰਤ ਦੀ ਸੰਸਕ੍ਰਿਤੀ ਤੇ ਚੱਲਦੀ ਆ। ਹੁਣ ਰਹਿ ਗਈ ਗੱਲ ਦੂਜੀ, ਲੋਕਾਂ ਜੋ ਕਾਂਗਰਸ ਦੇ ਵਿੱਚ ਪਾਟੋ ਧਾੜ ਪਈ ਹੈ ਨਾ, ਕਾਂਗਰਸ ਦੇ ਲੀਡਰਾਂ ਕੁਝ ਵਿਜੀਲੈਂਸ ਤੇ ਚੱਕੇ ਜਾ ਰਹੇ ਤੇ ਕੁਝ ਭੱਜੇ ਜਾ ਰਹੇ ਆ। ਉਹਦਾ ਕਾਰਨ ਹੈ ਕਿਉਂਕਿ ਕਾਂਗਰਸ ਨੇ ਜੋ ਕੀਤਾ, ਜੋ ਬੀਜਿਆ ਨਾ ਉਹੀ ਵੱਢ ਰਹੇ ਆ। ਹੁਣ ਦੂਜੀ ਗੱਲ, ਮੇਰੀ ਇੱਕ ਗੱਲ ਸੁਣ ਲਓ, ਆਮ ਆਦਮੀ ਪਾਰਟੀ ਦੀ ਗੱਲ ਮੈਂ ਦੁਬਾਰਾ ਕਰਨ ਲੱਗਾ ਤੁਹਾਡੇ ਨਾਲ। ਆਮ ਆਦਮੀ ਪਾਰਟੀ ਦੇਖੋ, ਲੋਕ ਦੇਖ ਰਹੇ ਆ ਕਿ ਆਮ ਆਦਮੀ ਪਾਰਟੀ ਨੇ ਡਿਲੀਵਰ ਕੀ ਕੀਤਾ 1 ਸਾਲ ਦੇ ਵਿੱਚ। 1 ਸਾਲ ਦੇ ਵਿੱਚ ਜਿਹੜੀਆਂ ਉਹਨਾਂ ਨੇ ਗਰੰਟੀਆਂ ਦਿੱਤੀਆਂ ਸੀਗੀਆਂ, ਉਸ ਗਰੰਟੀਆਂ ਤੋਂ ਭੱਜ ਗਏ। ਗਗਨ ਅਨਮੋਲ ਮਾਨ ਜੀ ਕੀ ਕਹਿ ਰਹੇ ਆ, ਜਦ ਕਹਿੰਦੇ ਸੀ 5 ਮਿੰਟ 'ਚ ਐਮਐਸਪੀ ਦੇ ਦਾਂਗੇ, ਉਹ ਕਹਿੰਦੇ ਜੀ ਹੁਣ ਵਿੱਚ ਆ ਕੇ ਪਤਾ ਲੱਗਿਆ ਵੀ ਇਹ ਚੀਜ਼ਾਂ ਪੋਸੀਬਲ ਨਹੀਂ ਹੈਗੀਆਂ। ਇਹਦਾ ਮਤਲਬ ਕਿ ਅਨਐਕਸਪੀਰੀਅੰਸ ਲੋਕ ਸਿਰਫ ਪੋਲੀਟੀਕਲ ਪਾਰਟੀ ਸੇ ਦੂਸਰੇ ਦੀ ਨਾਕਾਮੀਆਂ ਤੇ ਇਲੈਕਸ਼ਨ ਕਿਉਂ ਲੜਦੇ ਨੇ, ਆਪਦੀ ਪ੍ਰਾਪਤੀ ਤੇ ਇਲੈਕਸ਼ਨ ਕਿਉਂ ਨਹੀਂ ਲੜਦੀਆਂ? ਅਸੀਂ ਆਪਣੀ ਪ੍ਰਾਪਤੀਆਂ, ਮੈਂ ਤੁਹਾਨੂੰ ਦੱਸਿਆ ਤਾਂ ਹੈਗਾ, ਮੈਂ ਕਿਉਂ ਨਹੀਂ ਦੱਸ ਰਿਹਾ ਤੁਹਾਨੂੰ ਆਪਣੀ ਪ੍ਰਾਪਤੀ। ਮੈਂ ਤਾਂ ਆਪਣੀਆਂ ਪ੍ਰਾਪਤੀਆਂ ਦੱਸ ਰਿਹਾ। ਆਯੁਸ਼ਮਾਨ ਭਾਰਤ ਦੇ ਉੱਤੇ ਕੰਮ ਕੀਤਾ, ਲੋਕਾਂ ਨੂੰ ਗ੍ਰਹਿ ਆਵਾਸ ਯੋਜਨਾ ਦੇ ਉੱਤੇ ਲੋਕਾਂ ਨੂੰ ਘਰ ਦਿੱਤੇ। ਕੱਲ ਮੈਂ ਆਪ ਜਲੰਧਰ ਦੇ ਵਿੱਚ ਘਰ ਦੇਖ ਕੇ ਆਇਆ। ਅਸੀਂ ਆਪਣੇ ਕੰਮ ਕਰ ਰਹੇ ਹਾਂ। ਅਸੀਂ ਅਨਾਜ ਦਿੱਤਾ ਕੋਵਿਡ ਦੇ ਵਿੱਚ, ਇਹ ਕਾਂਗਰਸੀ ਅਨਾਜ ਵੀ ਖਾ ਗਏ। ਅਸੀਂ ਤਾਂ ਹਰ ਚੀਜ਼ ਦਿੱਤੀ ਹੈ ਕੋਵਿਡ ਦੇ ਵਿੱਚ, ਜਦੋਂ ਇਹ ਡਰਾਮੇਬਾਜ਼ੀ ਕਰਦੇ ਸੀ। ਚਲੋ, ਮੈਂ ਨਾ ਇਹ ਗੱਲਾਂ ਕਈ ਦਫਾ ਕਰਨੀ, ਮੈਂ ਨਾ ਮੇਰਾ ਕਰਨ ਨੂੰ ਜੀ ਨਹੀਂ ਕਰਦਾ, ਪਰ ਮੈਂ ਇੱਕ ਤੁਹਾਡਾ ਦਰਦ ਬੜਾ ਮਹਿਸੂਸ ਕੀਤਾ ਗੋਸ਼ਾ ਸਾਹਿਬ। ਪੰਜਾਬ ਦੇ ਲਈ ਤੁਹਾਡੇ ਮਨ ਦੇ ਵਿੱਚ ਮੈਂ ਵਾਕਈ ਸਮਝਦਾ ਕਿ ਦਰਦ ਹੈ, ਔਰ ਬੀਜੇਪੀ ਦੇ ਮਨ 'ਚ ਵੀ ਸ਼ਾਇਦ ਦਰਦ ਹੈ ਪੰਜਾਬੀਆਂ ਦੇ ਲਈ। ਤੁਸੀਂ ਕਿਹਾ ਕਿ ਕਾਂਗਰਸ ਨੇ ਸਿਰਫ ਵੰਡਿਆ, ਕਾਂਗਰਸ ਨੇ ਸਿਰਫ ਤਕਸੀਮ ਕੀਤਾ, ਤੇ ਤੁਹਾਨੂੰ ਇਸ ਗੱਲ ਦਾ ਦਰਦ ਹੈ। ਤੇ ਹੁਣ ਤਾਂ ਜਨਾਬ 10 ਸਾਲ ਹੋ ਗਏ ਤੁਹਾਡੀ ਸਰਕਾਰ ਹੈ। ਪੰਜਾਬ ਪੰਜਾਬੀ ਬੋਲਦੇ ਇਲਾਕੇ ਮੰਗ ਰਿਹਾ ਹੈ, ਪੰਜਾਬ ਚੰਡੀਗੜ੍ਹ ਮੰਗ ਰਿਹਾ ਹੈ, ਪੰਜਾਬ SYL ਦਾ ਪਾਣੀ ਰੋਕਣ ਲਈ ਕਹਿ ਰਿਹਾ ਹੈ, ਤੇ ਪੰਜਾਬ ਇੱਕ ਸਪੈਸ਼ਲ ਪੈਕੇਜ ਦੀ ਡਿਮਾਂਡ ਕਰ ਰਿਹਾ ਹੈ। ਕਾਈਂਡਲੀ ਇਹ ਦਰਦ ਜੇ ਤੁਸੀਂ ਮਹਿਸੂਸ ਕਰਦੇ ਹੋ ਤੇ ਇਹ ਚੀਜ਼ਾਂ ਪੰਜਾਬ ਨੂੰ ਤੁਸੀਂ ਡਿਲੀਵਰ ਕਰਵਾ ਦਿਓ। ਧਾਲੀਵਾਲ ਸਾਹਿਬ, ਇਦਾਂ ਵੀ ਜਿਹੜੇ ਕਾਂਗਰਸ ਦੇ ਪੁਆੜੇ ਪਾਏ ਹੋਏ ਆ, ਜਿਹੜੇ ਖੱਡੇ ਖੋਦੇ, ਉਹਨੂੰ ਭਰਨ ਨੂੰ ਟਾਈਮ ਲੱਗੇਗਾ। ਸਾਰੇ ਕੰਮ ਹੋਣਗੇ। ਮੈਂ ਤੁਹਾਨੂੰ ਫਿਰ ਦੱਸਤਾ ਰਿਹਾ ਜਿਹੜੀਆਂ ਗੱਲਾਂ, ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਮਾ ਖੋਲਿਆ ਨਹੀਂ, ਬੰਦ ਕਿੰਨੇ ਕੀਤਾ ਸੀਗਾ? ਛੋਟੇ ਸਾਹਿਬਜ਼ਾਦੇ ਦਾ ਵੀਰ ਦਿਵਸ, ਮੈਂ ਸੁਣ ਲਓ ਜੀ, ਮੇਰੀ ਕਾਲੀਆਂ ਸੂਚੀਆਂ ਕਿਹਨੇ ਬਣਾਈਆਂ ਸੀ, ਖਤਮ ਕਿੰਨੇ ਕੀਤਾ ਸੀਗਾ? ਚੱਲ ਰਿਹਾ ਕਿਉਂ ਨਹੀਂ ਚੱਲ ਰਿਹਾ? ਮੈਂ ਤਾਂ ਆਪ ਜਾ ਕੇ ਆਇਆ। 1984 ਦੇ ਕਾਤਲਾਂ ਨੂੰ ਅੰਦਰ ਕਿੰਨੇ ਕੀਤਾ? ਆ ਪੰਜਾਬੀ ਜਿਹੜੀ ਭਾਸ਼ਾ ਇਹਨਾਂ ਨੇ ਬੰਦ ਕੀਤੀ ਸੀ ਪ੍ਰਮੋਟ, ਹੁਣ ਕਿੰਨੇ ਕਰਤੀ?
ਇਹ ਭਾਜਪਾ ਹੀ ਕਰ ਰਹੀ ਹੈ। ਅਸੀਂ ਮੈਂ ਆਪ ਚਾਹੁੰਦਾ ਕਿ ਪੰਜਾਬ ਤਰੱਕੀ ਦੇ ਰਾਹਾਂ ਤੇ ਜਾਵੇ। ਪੰਜਾਬ ਕੰਮ ਕਰ ਰਹੀ ਹੈ ਭਾਜਪਾ, ਕਿਤੇ ਭੁਲੇਖੇ 'ਚ ਨਾ ਰਵੇ। ਆਪਣੇ ਰੋਲਾ ਪਾ ਕੇ ਨਹੀਂ ਕਰਦੇ ਇਹਨਾਂ ਵਾਂਗੂ, ਇਹ ਰੋਲਾ ਪਾਉਂਦੇ ਬਵਾਲ ਕਰਦੇ ਆਮ ਆਦਮੀ ਪਾਰਟੀ ਵਾਲੇ। ਅਸੀਂ ਰੋਲਾ ਨਹੀਂ ਪਾਉਂਦੇ, ਅਸੀਂ ਕੰਮ ਕਰਦੇ। ਹੁਣ ਕੱਲ ਜਿਹੜਾ ਪੰਜਾਬੀ ਲਾਗੂ ਕੀਤੀ ਹੈ, ਚੁੱਪਚਾਪ ਕੀਤਾ ਨਹੀਂ ਕੰਮ, ਉਹਦੇ ਉੱਤੇ ਡਿਬੇਟ ਕਿਉਂ ਨਹੀਂ ਕਰਦੇ ਵੀ ਆਪਾਂ ਪੰਜਾਬੀ ਲਾਗੂ ਕੀਤੀ, ਬੜਾ ਵੱਡਾ ਕੰਮ ਹੋਇਆ। ਇਹਦੇ ਉੱਤੇ ਬੋਲਣਾ ਚਾਹੀਦਾ ਕਿ ਅਸੀਂ ਆਪਣੀ ਪੰਜਾਬੀ ਨੂੰ ਪ੍ਰਮੋਟ ਕਰ ਰਹੇ ਹਾਂ, ਆਪਣੀ ਸੰਸਕ੍ਰਿਤੀ ਨੂੰ ਪ੍ਰਮੋਟ ਕਰ ਰਹੇ ਹਾਂ। ਭਾਜਪਾ ਆਪਣੇ ਕੰਮ ਤੇ ਲੱਗੀ ਹੋਈ ਹੈ। ਭਾਜਪਾ ਨੇ ਕਿਸੇ ਨੂੰ ਵੰਡ ਕੇ ਨਹੀਂ ਕੰਮ ਕੀਤਾ। ਜਿੰਨੀਆਂ ਸਕੀਮਾਂ, ਚਾਹੇ ਕਿਸਾਨ ਦੇ ਉੱਤੇ ਸਕੀਮਾਂ ਬਣਾਈਆਂ ਗਈਆਂ, 6000 ਹਰ ਸਾਲ ਕਿਸਾਨ ਨੂੰ ਆ ਰਿਹਾ, ਜੇ ਜਿੰਨੀਆਂ ਵੀ ਚੀਜ਼ਾਂ ਬਣੀਆਂ ਉਹ ਦੇਸ਼ ਵਿਆਪੀ ਬਣੀਆਂ, ਉਹਨੂੰ ਵੰਡਿਆ ਨਹੀਂ ਗਿਆ ਜਿਨ੍ਹਾਂ ਵਾਂਗੂ। ਪਹਿਲਾਂ ਇਹਨੇ ਵੰਡਦੇ ਹੁੰਦੇ ਸੀਗੇ ਵੀ ਦੁੱਗਣੀ ਕਰਨ ਦੀ ਸਰ ਗੱਲ ਕੀਤੀ ਗਈ ਸੀਗੀ, 1.40 ਦੀ ਗੱਲ ਕੀਤੀ ਗਈ ਸੀ। 1.4 ਮੈਂ ਕਹਿ ਰਿਹਾ 1.5 ਗੁਣਾ ਦੇ ਕਰੀਬ ਹੋ ਚੁੱਕੀ ਹੈ, 2 ਗੁਣਾ ਵੀ ਹੋਊਗੀ। ਇਹ ਤੁਹਾਡੇ ਸਾਹਮਣੇ ਹੀ ਹੋਊਗੀ। ਇਹ ਚੀਜ਼ਾਂ ਕੋਈ ਰੁਕਦੀਆਂ ਨਹੀਂ, ਹਰ ਚੀਜ਼ ਦਾ ਇੱਕ ਸਮੇਂ ਹੁੰਦਾ। ਅਸੀਂ ਕਰ ਰਹੇ ਹਾਂ, ਅਸੀਂ ਅੱਗੇ ਵੱਧ ਰਹੇ ਹਾਂ। ਅੱਜ ਦੇਸ਼ ਦੀ ਅਰਥ ਵਿਵਸਥਾ ਕਿੱਦਾਂ 5ਵੇਂ ਨੰਬਰ ਤੇ ਪਹੁੰਚ ਗਈ, ਉਹਦਾ ਕੋਈ ਕਾਰਨ ਹੀ ਹੋਊਗਾ ਨਾ। ਵਾਈ ਫਾਰਮਰਸ ਕਮਿਟ ਸੁਸਾਈਡਸ। ਧਾਲੀਵਾਲ ਸਾਹਿਬ, ਤੁਹਾਨੂੰ ਯਾਦ ਹੋਣਾ, ਜਿਹੜੇ ਧਾਲੀਵਾਲ ਸਾਹਿਬ ਜਿਹੜੇ ਆਏ ਸੀਗੇ, ਉਹ ਪਹਿਲਾਂ ਜਦੋਂ 에ਅਰਪੋਰਟ ਤੇ ਰੋਕਿਆ ਸੀ ਕਿਸਾਨੀ ਸੰਘਰਸ਼ ਵੇਲੇ, ਬਾਅਦ ਚ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲੇ, ਉਹਨਾਂ ਨੇ ਕੀ ਕਿਹਾ ਕਿ ਪ੍ਰਧਾਨ ਮੰਤਰੀ ਸਾਹਿਬ ਬਹੁਤ ਚੰਗੇ ਆ, ਪੰਜਾਬ ਲਈ ਕੰਮ ਕਰ ਰਹੇ ਆ। ਇਹ ਸਮਝਣਾ ਪੈਣਾ, ਇਹਨਾਂ ਨੇ ਜਾਣ ਬੁੱਝ ਕੇ, ਜਿਹੜਾ ਫਲਾਈਓਵਰ ਦਾ ਕੰਮ ਕਿਹੜਾ ਹੁੰਦਾ, ਸੂਬੇ ਦੀਆਂ ਸਰਕਾਰਾਂ ਦਾ ਹੁੰਦਾ। ਉਹ ਫਲਾਈਓਵਰ ਤੋੜ ਕੇ ਜਾਣ ਕੇ ਤੋੜਨਾ ਚਾਹੁੰਦੇ ਕੇਂਦਰ ਸਰਕਾਰ, ਜਦਕਿ ਕੇਂਦਰ ਸਰਕਾਰ ਪੰਜਾਬ ਦਾ ਭਲਾ ਚਾਹੁੰਦੀ ਹੈ। ਅਸੀਂ ਚਾਹੁੰਦੇ ਹਾਂ ਵੀ ਕੋਈ ਕਿਸਾਨ ਸੁਸਾਈਡ ਨਾ ਕਰੇ। ਅਸੀਂ ਕਦੋਂ ਚਾਹੁੰਦੇ ਹਾਂ ਵੀ ਨਾ ਹੋਵੇ। ਇਹ ਚਾਹੀਦਾ, ਕੁਝ ਮਜਬੂਰੀਆਂ ਹੈਗੀਆਂ, ਕੁਝ ਸਟੇਟ ਸਰਕਾਰਾਂ ਜਿਹੜੀਆਂ ਵਾਅਦੇ ਕੀਤੇ ਹੋਏ ਆ ਨਿਭਾਵੇ, ਕਿਉਂ ਨਹੀਂ ਨਿਭਾਉਂਦੀ? ਅਸੀਂ ਤਾਂ ਕਹਿੰਦੇ ਨਿਭਾਵੇ। ਇਹ ਜਦੋਂ 5 ਮਿੰਟ ਦੀਆਂ ਛੁੱਟੀਆਂ ਮਾਰਦੇ ਨੇ 23 ਫਸਲਾਂ ਉਹਨਾਂ ਦੇ ਕੀਤੇ ਵਾਅਦੇ ਤੁਸੀਂ ਪੂਰੇ ਕਰ ਦਿਓ, ਉਹਨਾਂ ਨੂੰ ਐਕਸਪੋਜ਼ ਕਰ ਦਿਓ, ਲੈ ਜਾਓ 13 ਦੀ 13 ਸੀਟਾਂ ਜਿੱਤ ਕੇ। ਧਾਲੀਵਾਲ ਸਾਹਿਬ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ। ਇਹ ਪੰਜਾਬ ਦੇ ਅੰਦਰ 13 ਦੇ 13 ਸੀਟਾਂ ਲਾਵਾਂਗੇ, 400 ਤੋਂ ਪਲੱਸ ਹੋਣਗੀਆਂ ਸਾਡੀਆਂ ਐਤਕੀ। ਇਹ ਹੋਣਗੀਆਂ, ਇਹ ਹੋਣ ਵਾਲੀਆਂ। ਲੋਕ ਪੰਜਾਬੀ ਜਾਗ ਚੁੱਕੇ, ਪੰਜਾਬੀਆਂ ਨੂੰ ਪਤਾ ਲੱਗ ਚੁੱਕਾ ਕਿ ਹਾਲਾਤ ਕੀ ਬਣ ਗਏ ਹੋਏ ਆ ਪੰਜਾਬ 'ਚ, ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਕੀ ਕੀਤਾ ਇੱਥੇ। ਖੜਿਆਲ ਸਾਹਿਬ ਦੀ ਮੁਸਕਰਾਹਟ ਕਿ ਤੁਹਾਡੇ ਜਵਾਬ ਨੂੰ ਕਾਫੀ ਮੈਨੂੰ ਲੱਗਦਾ ਕਾਊਂਟਰ ਕਰ ਰਹੀਆਂ ਨੇ। ਖੜਿਆਲ ਸਾਹਿਬ, ਹਾਂਜੀ। ਨਹੀਂ ਕਰ ਧਾਲੀਵਾਲ ਸਾਹਿਬ, ਦੇਖੋ ਇਹਨਾਂ ਨੇ 2-3 ਚੀਜ਼ਾਂ ਕਹੀਆਂ, ਮੈਂ ਉਹਨਾਂ ਦਾ ਜਵਾਬ ਦਿੰਦਾ। ਪਹਿਲਾਂ ਤਾਂ ਦੇਖੋ, ਬੀਜੇਪੀ ਉਹ ਸਰਕਾਰ ਹੈ ਜੋ ਵੈਂਡੇਟਾ ਪੋਲਿਟਿਕਸ ਕਰਦੀ ਹੈ। ਸਭ ਤੋਂ ਵੱਡਾ ਖੁਲਾਸਾ ਹਾਲ ਹੀ ਦੇ ਵਿੱਚ ਹੋਇਆ ਜਦੋਂ ਜੰਮੂ ਕਸ਼ਮੀਰ ਦੇ ਫਾਰਮਰ ਗਵਰਨਰ ਸ਼੍ਰੀ ਸਤਿਆਪਾਲ ਮਲਿਕ ਸਾਹਿਬ ਨੇ ਖੁਲਾਸੇ ਕੀਤੇ, ਬਹੁਤ ਵੱਡੇ ਐਕਸਪਲੋਸਿਵ ਖੁਲਾਸੇ, ਕਿ 40 ਸੀਆਰਪੀਐਫ ਜਵਾਨ ਜਿਹੜੇ ਸ਼ਹੀਦ ਹੋਏ ਉਹ ਬਚ ਸਕਦੇ ਸੀਗੇ ਜੇ ਉਹਨਾਂ ਨੂੰ 에ਅਰਕ੍ਰਾਫਟ ਦੇ ਦਿੱਤੇ ਜਾਂਦੇ, ਜੋ ਉਹਨਾਂ ਨੇ ਮੰਗੇ ਵੀ, ਪਰ ਹੋਮ ਮਿਨਿਸਟਰੀ ਨੇ ਡਿਨਾਈ ਕਰਤੇ। ਤੇ ਜਦੋਂ ਉਹਨਾਂ ਨੇ ਕਿਹਾ ਵੀ ਮੈਂ ਇਹ ਗੱਲ ਕਹਿਣ ਲੱਗਿਆ ਵੀ ਸਾਡੀ ਗਲਤੀ ਹੈ, ਮੇਰੀ ਗੱਲ ਹੋਈ, ਤੇ ਮੈਨੂੰ ਇਹ ਕਹਿ ਦਿੱਤਾ ਗਿਆ ਵੀ ਤੁਸੀਂ ਬੋਲਣਾ ਨਹੀਂ, ਤੁਸੀਂ ਨਹੀਂ ਬੋਲਣਾ। ਸੋ ਕੀ ਇਹ ਭਾਰਤੀ ਜਨਤਾ ਪਾਰਟੀ ਦਾ ਲੋਕਤੰਤਰ ਹੈ? ਇਹ ਲੋਕਤੰਤਰ ਨਹੀਂ, ਇਹ ਡੰਡਾ ਤੰਤਰ ਤੇ ਭੈ ਤੰਤਰ। ਤੇ ਉਹ ਤੋਂ ਬਾਅਦ ਧਾਲੀਵਾਲ ਸਾਹਿਬ ਪਤਾ ਕੀ ਹੋਇਆ, ਉਹ ਗਵਰਨਰ ਸਾਹਿਬ ਜਿਹੜੇ ਸੀਗੇ ਵਿਚਾਰੇ ਸਤਿਆਪਾਲ ਮਲਿਕ ਸਾਹਿਬ, ਉਹਨਾਂ ਤੇ ਸੀਬੀਆਈ ਦਾ ਕੇਸ ਹੋ ਗਿਆ, ਸਮਨ ਕਰ ਲਿਆ ਗਿਆ ਉਹਨਾਂ ਨੂੰ। ਇਹ ਸ਼ਰੇਆਮ ਖੁੱਲੇਆਮ ਵੈਂਡੇਟਾ ਪੋਲਿਟਿਕਸ ਨਹੀਂ ਤਾਂ ਹੋਰ ਕੀ ਹੈ। ਪਹਿਲਾਂ ਦਾ ਕੋਈ ਐਕਸ਼ਨ ਨਹੀਂ ਹੋਇਆ ਜਦੋਂ ਇੰਨੇ ਸਾਲ ਗਵਰਨਰ ਸੀਗੇ। ਤੇ ਜਦੋਂ ਉਹਨਾਂ ਨੇ ਖੁਲਾਸਾ ਕੀਤਾ, ਬੀਜੇਪੀ ਦੇ ਖਿਲਾਫ ਬਿਆਨ ਦਿੱਤਾ, ਸੱਚਾਈ ਬੋਲੀ, ਤੇ ਨਾਲ ਦੀ ਨਾਲ ਸੀਬੀਆਈ ਨੇ ਸਮਨ ਕਰ ਲਿਆ। ਇਹੀ ਬੀਬੀਸੀ ਨਾਲ ਹੋਇਆ ਸੀਗਾ, ਉਹ ਤੋਂ ਪਹਿਲਾਂ ਐਨਡੀਟੀਵੀ, ਉਹ ਤੋਂ ਪਹਿਲਾਂ ਕੁਇੰਟ, ਉਹ ਤੋਂ ਪਹਿਲਾਂ ਆਲਟ ਨਿਊਜ਼, ਉਹ ਤੋਂ ਪਹਿਲਾਂ ਦੈਨਿਕ ਭਾਸਕਰ, ਉਹ ਤੋਂ ਪਹਿਲਾਂ ਆਪੋਜੀਸ਼ਨ ਪਾਰਟੀਆਂ, ਮਮਤਾ ਬੈਨਰਜੀ ਦੇ ਨੈਫਿਓ ਅਭਿਸ਼ੇਕ ਬੈਨਰਜੀ, ਐਮਕੇ ਸਟਾਲਿਨ ਸਾਹਿਬ ਦੀ ਬੇਟੀ, ਸ਼ਰਦ ਪਵਾਰ ਸਾਹਿਬ, ਚਰਨਜੀਤ ਚੰਨੀ ਸਾਹਿਬ, ਅਰਵਿੰਦ ਕੇਜਰੀਵਾਲ ਸਾਹਿਬ, ਮਨੀਸ਼ ਸਿਸੋਦੀਆ ਸਾਹਿਬ, ਹੋਰ ਬਹੁਤ ਸਾਰੇ ਲੀਡਰਸ। ਲੇਕਿਨ ਬੀਜੇਪੀ ਇਹ ਗੱਲਾਂ ਕਰੇ ਸੀ ਵਿਜੀਲੈਂਸ ਦੀਆਂ, ਈਡੀ ਦੀਆਂ, ਇਹਨਾਂ ਨੂੰ ਸ਼ਾਇਦ ਪਤਾ ਨਹੀਂ ਕਿ 95% ਕੇਸ ਜੋ ਈਡੀ, ਸੀਬੀਆਈ, ਆਈਟੀ, ਸੈਬੀ ਰਜਿਸਟਰ ਕਰਦੀ ਹੈ ਉਹ ਅਗੇਂਸਟ ਆਪੋਜੀਸ਼ਨ ਪਾਰਟੀਆਂ ਹੈ। ਈਡੀ ਦਾ ਕਨਵਿਕਸ਼ਨ ਰੇਟ 0.05% ਹੈ। ਤੇ ਉਹਦੇ ਬਾਅਦ ਪੀਐਮਐਲਏ, ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ, ਉਹਦੇ ਤਹਿਤ 2014 ਤੋਂ ਲੈ ਕੇ 2023 ਤੱਕ ਸਿਰਫ ਔਰ ਸਿਰਫ 25 ਦੇ ਨੇੜੇ ਕੇਸ ਭਗਤਾਏ ਆ ਤੁਸੀਂ। ਤੇ ਰੇਡਸ ਐਕਸ਼ਨ, ਜਦੋਂ ਸਾਡਾ ਰਜੀਮ ਸੀਗਾ ਯੂਪੀਏ ਦਾ, 112 ਰੇਡਸ ਈਡੀ ਦੀਆਂ, ਬੀਜੇਪੀ ਦਾ ਆਇਆ 3000 ਪਲੱਸ ਰੇਡਸ। ਤੇ ਉਹਦੇ ਬਾਅਦ ਕਨਵਿਕਸ਼ਨ ਕੀ, ਸਜ਼ਾ ਕਿੰਨਾਂ ਨੂੰ ਹੋਈ? ਮੇਰਲੀ 0.05%। ਇਤੋਂ ਕੀ ਪਤਾ ਲੱਗਦਾ ਹੈ? ਵੈਂਡੇਟਾ ਪੋਲਿਟਿਕਸ ਜਾਂ ਡਰਾਉਂਦੇ ਹੈ ਜਾਂ ਭਾਰਤੀ ਜਨਤਾ ਪਾਰਟੀ ਆਪਰੇਸ਼ਨ ਲੋਟਸ ਕਰਦੀ ਹੈ, ਜਿਹਦੇ ਕਰਕੇ ਆਪਨੇ ਪਰਚਾ ਦਾ ਕੀਤਾ ਲੇਕਿਨ ਉਹ ਤੋਂ ਬਾਅਦ ਕਾਰਵਾਈ ਮੁਕੰਮਲ ਨਹੀਂ ਕਰ ਸਕੇ, ਸਿਰੇ ਨਹੀਂ ਲਾ ਸਕੇ। ਤੀਜਾ, ਤੁਸੀਂ ਇਹ ਦੇਖੋ ਕਿ ਇਹਨਾਂ ਨੇ ਗੱਲ ਕੀ ਕੀਤੀ, ਕਹਿੰਦੇ ਅਸੀਂ ਆਯੁਸ਼ਮਾਨ ਭਾਰਤ ਲੈ ਕੇ ਆਏ ਜੀ। ਮੈਂ ਇਹਨਾਂ ਦੀ ਗੱਲਾਂ ਦੇ ਜਵਾਬ ਹੀ ਦਊਂਗਾ, ਆਪਦੀ ਗੱਲ ਕੋਈ ਨਵੀਂ ਨਹੀਂ ਕਰੂੰਗਾ। ਆਯੁਸ਼ਮਾਨ ਭਾਰਤ ਲੈ ਆਏ, ਲੇਕਿਨ ਐਨਐਚਐਮ ਦੇ ਤਹਿਤ ਜਿਹੜਾ ਪੈਸਾ ਮਿਲਣਾ ਸੀਗਾ ਪੰਜਾਬ ਦੇ ਹਸਪਤਾਲਾਂ ਨੂੰ, ਜਿਹੜੇ ਆ ਕਲੀਨਿਕਸ ਹੈ, ਸਾਡੇ ਹੈਲਥ ਕੇਅਰ ਸੈਂਟਰਸ ਹੈ, ਉਹ ਸਾਰਾ ਤੁਸੀਂ ਰੋਕਤਾ 550 ਕਰੋੜ। ਉਹਦਾ ਕੀ ਜਵਾਬ ਹੈ? ਦੂਜਾ ਨੇ ਗੱਲ ਕੀਤੀ ਕੋਵਿਡ ਦੇ ਟਾਈਮ 'ਚ ਅਸੀਂ ਬੜਾ ਕੁਝ ਦਿੱਤਾ ਜੀ। ਧਾਲੀਵਾਲ ਸਾਹਿਬ, ਤੁਹਾਨੂੰ ਅੱਜ ਵੀ ਫੋਟੋਆਂ ਵੀਡੀਓਆਂ ਯਾਦ ਹੋਣਗੀਆਂ ਜਿੱਥੇ ਬੱਚਿਆਂ ਨੂੰ ਨਾ ਮਾਵਾਂ ਚੱਕ ਕੇ hundreds of kilometers, thousands of kilometers ਲਈ ਨੰਗੇ ਪੈਰ ਜਾਂਦੀਆਂ ਸੀ, ਬਗੈਰ ਖਾਣੇ ਦੇ, ਬਗੈਰ ਪਾਣੀ ਦੇ, ਬਗੈਰ ਛੱਤ ਦੇ। ਤੇ ਦੂਜਾ ਪੀਐਮ ਕੇਅਰਸ ਦਾ ਫੰਡ, ਉਹ ਪੈਸਾ ਕਿਹਦਾ ਧਾਲੀਵਾਲ ਸਾਹਿਬ? ਤੁਹਾਡਾ।
ਦਰਸ਼ਕਾਂ ਦਾ, ਸਾਡਾ, ਆਮ ਲੋਕਾਂ ਦਾ। ਤੇ ਉਹ ਤੋਂ ਬਾਅਦ ਪੀਐਮ ਕੇਅਰਸ ਨੂੰ ਕਹਿੰਦੇ ਅਸੀਂ ਦੱਸਣਾ ਨਹੀਂ ਜੀ, ਆਰਟੀਏ ਚੋਂ ਬਾਹਰ ਕੱਢਤਾ ਉਹਨੂੰ ਕਿ ਵੀ ਫੰਡ ਟੈਕਸ ਪੇਅਰ ਦਾ, ਤੇ ਤੁਸੀਂ ਟੈਕਸ ਪੇਅਰ ਨੂੰ ਨਹੀਂ ਦੱਸਣਾ ਵੀ ਕਿੱਥੇ ਲੱਗ ਰਿਹਾ, ਕਿੰਨਾ ਹੈਗਾ, ਕਿੰਨਾ ਨਹੀਂ ਹੈਗਾ। ਦੂਜਾ, ਕਰਤਾਰਪੁਰ ਕੋਰੀਡੋਰ ਦੀ ਗੱਲ ਕੀਤੀ। ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਰਤਾਰਪੁਰ ਕੋਰੀਡੋਰ ਸਭ ਤੋਂ ਵੱਡਾ ਜੇ ਕਿਸੇ ਦਾ ਕੰਟਰੀਬਿਊਸ਼ਨ ਹੈ ਤਾਂ ਉਹ ਸਿੱਧੂ ਸਾਹਿਬ ਦਾ ਹੈ। ਦੂਜਾ, ਮੋਦੀ ਸਾਹਿਬ, ਸਭ ਤੋਂ ਵੱਡੀ ਗੱਲ ਇਹ ਹੈ ਇਹਨਾਂ ਨੇ ਨਾ 6 ਵਾਅਦੇ ਕਰਕੇ ਕਿਸਾਨਾਂ ਨੂੰ ਘਰੇ ਤੋਰਿਆ, ਲੇਕਿਨ ਉਹ ਤੋਂ ਪਹਿਲਾਂ ਜਦੋਂ ਮੋਦੀ ਸਾਹਿਬ ਪੀਐਮ ਨਹੀਂ ਬਣੇ ਸੀਗੇ, ਉਹ ਚੇਅਰਮੈਨ ਸੀਗੇ ਕਮੇਟੀ ਦੇ, ਤੇ ਉਹਨਾਂ ਨੇ ਆਪ ਆਸ਼ਵਾਸਨ ਦਿੱਤਾ ਤੇ ਇਹ ਗੱਲ ਕਹੀ ਕਿਸਾਨਾਂ ਨੂੰ ਐਮਐਸਪੀ ਬਤੌਰ ਲੀਗਲ ਗਾਰੰਟੀ ਦੇ ਤੌਰ ਤੇ ਮਿਲਣੀ ਚਾਹੀਦੀ ਹੈ। ਉਹ ਜਦੋਂ ਤੁਹਾਡੀ ਸਰਕਾਰ ਬਣ ਗਈ ਗੋਸ਼ਾ ਸਾਹਿਬ, ਤੇ ਤੁਹਾਡੇ ਕੋਲੇ 10 ਸਾਲ ਦਾ ਸਮਾਂ ਹੈ ਤੇ ਤੁਸੀਂ ਕੁਝ ਵੀ ਨਹੀਂ ਕੀਤਾ। ਇਹ ਮਤਲਬ ਜਦੋਂ ਆਪੋਜੀਸ਼ਨ ਸੀਗੇ ਉਦੋਂ ਐਮਐਸਪੀ ਲੀਗਲ ਗਾਰੰਟੀ ਦੇ ਤੌਰ ਤੇ ਮਿਲਣੀ ਚਾਹੀਦੀ ਹੈ, ਜਦੋਂ ਸਰਕਾਰ ਬਣ ਗਈ ਵਾਦਾ ਵੀ ਭੁੱਲ ਗਏ। ਫਿਰ ਉਹਦੇ ਬਾਅਦ ਡਬਲ ਜਿਹੜੀ 15 ਲੱਖ ਰੁਪਇਆ, 2 ਕਰੋੜ ਜੌਬਸ ਇੱਕ ਸਾਲ ਦੀਆਂ, ਡਬਲ ਫਾਰਮਰਸ ਇਨਕਮ ਕਰਨੀ 2022 ਤੱਕ, ਡੀਜ਼ਲ ਪੈਟਰੋਲ ਦੇ, ਦੁੱਧ ਦੇ, ਪਨੀਰ ਦੇ, ਦਾਲ ਦੇ ਰੇਟ ਸਭ ਕੁਝ ਉਲਟਾ ਕੀਤਾ ਇਹਨਾਂ ਨੇ। ਇਹਨਾਂ ਨੇ ਦੇਣਾ ਦਾ ਕੀ ਸੀਗਾ, ਖੋਹ ਲਿਆ ਡਿਮੋਨਟਾਈਜੇਸ਼ਨ ਕਰਕੇ। ਤੇ ਦੂਜਾ, ਗੋਸ਼ਾ ਸਾਹਿਬ ਤੁਸੀਂ ਕਿਹਾ ਹਰੇਕ ਚੀਜ਼ ਦਾ ਟਾਈਮ ਹੁੰਦਾ ਹੈ ਕਿ ਅਸੀਂ ਕਿਸਾਨਾਂ ਦੀ ਇਨਕਮ 1.5 ਗੁਣਾ ਤਾਂ ਕਰਤੀ, 2 ਗੁਣਾ ਵੀ ਹੋ ਜੂਗੀ। ਮੈਨੂੰ ਇੱਕ ਗੱਲ ਦੱਸੋ, ਜੇ ਟਾਈਮ ਹੁੰਦਾ ਹੈ ਤੇ ਫਿਰ 2022 ਕਿਉਂ ਕਿਹਾ? ਆਪਦੇ ਆਪ ਨੂੰ ਝੂਠਾ ਪਾ ਲੈਣਾ ਤੁਸੀਂ, ਆਪਦੇ ਆਪ ਨੂੰ ਐਕਸਪੋਜ਼ ਕਰ ਲੈਣਾ। ਜਾਂ ਤਾਂ 2022 ਕਹਿੰਦੇ ਨਾ, 24 ਕਹਿੰਦੇ, 25 ਕਹਿੰਦੇ, ਲੇਕਿਨ 2022 ਜੇ ਕਿਹਾ ਤਾਂ ਡਿਲੀਵਰ ਕਰੋ, ਨਹੀਂ ਤਾਂ ਮਾਫੀ ਮੰਗੋ। ਅੱਛਾ ਸਾਹਿਬ, ਜਵਾਬ। ਹਾਂ ਧਾਲੀਵਾਲ ਸਾਹਿਬ, ਏਦਾਂ ਹੈ, ਮੈਨੂੰ ਬੜੀ ਹੈਰਾਨਗੀ ਹੁੰਦੀ ਹੈ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਹ ਇੰਨੀ ਟੈਨਸ਼ਨ ਦੇ ਵਿੱਚ ਬੀਜੇਪੀ ਤੇ ਜ਼ੋਰ ਕਿਉਂ ਲਾ ਰਹੇ ਖੜਿਆਲ ਸਾਹਿਬ? ਉਹਦਾ ਕਾਰਨ ਹੀ ਇਹੀ ਹੈ ਕਿਉਂਕਿ ਦੇਸ਼ ਦੇ ਵਿੱਚੋਂ ਕਾਂਗਰਸ ਖਤਮ ਹੋ ਰਹੀ ਹੈ। ਇਹ ਧੱਕੇਸ਼ਾਹੀ ਦੀ ਗੱਲ ਕਰਦੇ ਆ ਕਿ ਭਾਜਪਾ ਨੇ ਧੱਕਾ ਬੜਾ ਕੀਤਾ 1975, ਇਹਨਾਂ ਨੂੰ ਯਾਦ ਨਹੀਂ ਐਮਰਜੈਂਸੀ। ਇਹਨਾਂ ਦੇ ਤਾਂ ਇਤਿਹਾਸ ਦੇ ਪੰਨਿਆਂ ਤੇ ਨਾਮ ਲਿਖਿਆ ਗਿਆ ਕਾਂਗਰਸ ਵੀ ਧੱਕਾ ਇਹਨਾਂ ਨੇ ਅੰਗਰੇਜ਼ਾਂ ਵਾਲੀ ਪੋਲਿਟਿਕਸ ਕੀਤੀ ਹੈ, ਵੰਡ ਕਰੋ ਤੇ ਰਾਜ ਕਰੋ। ਇਹਨਾਂ ਨੇ ਹਮੇਸ਼ਾ ਦੇਸ਼ ਨੂੰ ਵੰਡਿਆ ਤੇ ਇਹ ਗੱਲਾਂ ਕਰਦੇ ਧੱਕੇਸ਼ਾਹੀ ਦੀਆਂ। ਜੇ ਇਹਨਾਂ ਨੇ ਕੋਈ ਬੰਦਾ ਨਹੀਂ ਛੱਡਿਆ, ਪ੍ਰੈਸ ਵਾਲਾ ਨਹੀਂ ਛੱਡਿਆ ਸੀ 1975 ਚ, ਕੋਈ ਲੀਡਰ ਨਹੀਂ ਛੱਡਿਆ ਸੀ ਜਿਹੜਾ ਹੁਣ ਜੇਲ੍ਹਾਂ ਚ ਨਾ ਧੱਕਿਆ ਹੋਵੇ। ਮੈਂ ਦਰਬਾਰ ਸਾਹਿਬ ਕਹਿੰਦੇ ਸੱਜਣ ਕੁਮਾਰ ਦੀ ਮੈਂ ਬਾਅਦ ਚੋਂ ਗੱਲ ਕਰੂੰਗਾ, ਕਿਉਂ ਇੱਕ ਸਵਾਲ ਦਾ ਜਵਾਬ ਨਹੀਂ ਤੁਹਾਡੇ ਕੋਲ ਸੱਜਣ ਕੁਮਾਰ ਦਾ ਦਿੱਤਾ ਜਾਂਦਾ। ਤੁਸੀਂ ਗੱਲ ਕੀਤੀ ਸੀ ਵੀ ਇੱਕ ਦਿਨ 'ਚ ਜਵਾਬ ਦਿਓ ਵੀ ਉਹਨੂੰ ਉਹਦੇ ਪਿੱਛੇ ਕੌਣ ਹੈ। ਤੁਹਾਡੇ ਸੱਜਣ ਕੁਮਾਰ ਦੇ ਪਿੱਛੇ ਕੌਣ ਹੈ? ਕਾਂਗਰਸ ਹੈ, ਤੁਹਾਡੇ ਕਾਂਗਰਸੀ ਸੀਗਾ ਉਹ। ਉਹਦੇ ਪਿੱਛੇ ਕੌਣ ਹੈ? ਰਾਜੀਵ ਗਾਂਧੀ ਦੀ ਸਾਰੀ ਦੁਨੀਆ ਨੂੰ ਪਤਾ, ਜਿਹੜਾ ਕਹਿੰਦਾ ਸੀਗਾ ਕਿ ਜਬ ਬੜਾ ਪੇੜ ਗਿਰਤਾ ਹੈ ਤਾਂ ਧਰਤੀ ਹਿਲਤੀ ਹੈ। ਇਹੋ ਜਿਹੇ ਲੋਕ ਤੁਸੀਂ ਪਾਲੇ ਹੋਏ ਆ। ਬਸ ਕਰੋ ਹੁਣ। ਮੈਂ ਸਮਝਦਾ ਤੁਹਾਡੀ ਅੰਦਰ ਦੀ ਭਾਵਨਾ ਸਮਝਦਾ ਆਪਾਂ ਹੁਣ ਇੱਥੇ ਬਸ ਕਰੀਏ। ਧਾਲੀਵਾਲ ਸਾਹਿਬ, ਮੇਰੀ ਗੱਲ ਪੂਰੀ ਹੋਣ ਦਿਓ ਜੀ, ਹੁਣ ਗੱਲ ਪੂਰੀ ਹੋਣ ਦਿਓ। ਮੈਂ ਇਹਨਾਂ ਦੀ ਪ੍ਰੋਬਲਮ ਨਹੀਂ ਮੈਂ ਇਹਨਾਂ ਨੂੰ ਕਹਿ ਰਿਹਾ ਬਸ ਕਰੋ। ਇਹਨਾਂ ਦੀ ਪ੍ਰੋਬਲਮ ਹੈ, ਮੈਂ ਸਮਝ ਰਿਹਾ, ਕਿਉਂਕਿ ਇਹਨਾਂ ਨੂੰ ਪਤਾ ਕਿ ਅਸੀਂ ਹੁਣ ਸਾਰੀ ਉਮਰ ਸੱਤਾ ਤੇ ਨਹੀਂ ਆ ਸਕਦੇ, ਕਾਬਜ ਨਹੀਂ ਹੋ ਸਕਦੇ, ਕਿਉਂਕਿ ਇੱਕ ਜਿਹੜਾ ਬਗੈਰ ਐਕਸਪੀਰੀਅੰਸ ਵਾਲੇ ਬੰਦੇ ਨੂੰ ਕੋਸ਼ਿਸ਼ ਕਰ ਰਿਹਾ ਸ਼ੇਰ ਬਣਾਉਣ ਦੀ, ਸ਼ੇਰ ਨਹੀਂ ਬਣਨਾ ਉਹਨੇ ਜੋ ਹੈਗਾ ਉਹਨੇ ਉਹੀ ਰਹਿਣਾ ਹੈਗਾ। ਤੁਹਾਨੂੰ ਵੀ ਪਤਾ ਕੀ ਹੈਗਾ ਕੀ ਨਹੀਂ ਹੈਗਾ, ਮੈਨੂੰ ਦੱਸਣ ਦੀ ਜ਼ਰੂਰਤ ਨਹੀਂ। ਇਸ ਚੈਨਲ ਦੇ ਉੱਤੇ ਨੈਸ਼ਨਲ ਚੈਨਲ ਹੈ। ਬਾਕੀ ਗੱਲ ਸਮਝ ਲਓ, ਅੱਜ ਆਮ ਆਦਮੀ ਪਾਰਟੀ ਨੇ, ਮੈਂ ਬਾਰ-ਬਾਰ ਕਹਿ ਰਿਹਾ, ਜੋ ਪੰਜਾਬ ਦੇ ਅੰਦਰ ਡਿਲੀਵਰ ਕੀਤਾ, ਲੋਕਾਂ ਨੇ ਸਜ਼ਾ ਦੇਣੀ ਉਸ ਗੱਲ ਦੀ। ਇਹਦੇ ਤੇ ਸ਼ਾਨ ਨਾਲ ਅਸੀਂ ਜਿੱਤਾਂਗੇ, ਕਿਉਂਕਿ ਸਾਡੇ ਕੋਲ ਬੇਦਾਗ ਸ਼ਖਸੀਅਤ ਹੈ, ਜਿਨ੍ਹਾਂ ਦਾ ਪਰਿਵਾਰ 70 ਸਾਲ 'ਚ ਵੱਡੇ ਲੀਡਰਾਂ ਤੇ ਦਾਗ ਲੱਗ ਜਾਂਦੇ ਆ, ਸਾਲ ਦੇ ਪੀਰੀਅਡ 'ਚ ਲੱਗ ਜਾਂਦੇ, 10 ਸਾਲ ਦੇ ਪੀਰੀਅਡ 'ਚ ਲੱਗ ਜਾਂਦੇ ਆ। 70 ਸਾਲ ਦੇ ਪੀਰੀਅਡ 'ਚ ਇੱਕ ਵੀ ਪੈਨਸਲ ਦਾ ਦਾਗ ਹੈਗਾ? ਸ਼੍ਰੋਮਣੀ ਅਕਾਲੀ ਦਲ ਦੱਸ ਦੇਵੇ, ਵੀ ਸ਼੍ਰੋਮਣੀ ਅਕਾਲੀ ਦਲ ਵੀ ਦਾਗ ਕੱਢ ਕੇ ਦੱਸ ਦੇਵੇ। ਕੋਈ ਦਾਗ ਨਹੀਂ ਹੈਗਾ। ਅਸੀਂ ਚੰਗੇ ਬੰਦੇ ਲੈ ਕੇ ਆ ਰਹੇ ਹਾਂ, ਕਿਉਂਕਿ ਮੈਂ ਇੱਕ ਵੱਡੀ ਗੱਲ ਦੱਸਣ ਲੱਗਾ ਧਾਲੀਵਾਲ ਸਾਹਿਬ, 918 ਕਰੋੜ ਦੇ ਕਰੀਬ ਸਮਾਰਟ ਸਿਟੀ ਦੇ ਤਹਿਤ ਜਲੰਧਰ ਸ਼ਹਿਰ ਨੂੰ ਮਿਲਿਆ ਸੀਗਾ। ਉਹ ਪੈਸੇ ਦਾ ਹਿਸਾਬ ਲਾਂਗੇ ਕਿੱਥੇ ਗਿਆ ਪੈਸਾ? ਜੇ ਜਲੰਧਰ 'ਚ ਇਹਨਾਂ ਤੁਸੀਂ ਆ ਕੇ ਦੇਖੋ, ਤੁਸੀਂ ਆਪ ਚੈੱਕ ਕਰੋ, ਕੂੜਿਆਂ ਦੇ ਢੇਰ ਲੱਗੇ ਹੋਏ ਆ, ਟ੍ਰੈਫਿਕ ਦੀ ਸਮੱਸਿਆ, ਪੋਲੂਸ਼ਨ ਇੱਥੇ ਆ, ਚੌਂਕਾਂ ਦੇ ਹਾਲਾਤ ਇੱਥੇ ਮਾੜੇ ਆ। ਤੇ ਜੇ ਕਾਂਗਰਸ ਨੇ ਉਸ ਟਾਈਮ ਦੇ ਵਿੱਚ ਕੰਮ ਕੀਤਾ ਹੁੰਦਾ, ਆਮ ਆਦਮੀ ਪਾਰਟੀ ਨੇ ਕੰਮ ਕੀਤਾ ਹੁੰਦਾ, ਤੇ ਉਮੀਦ ਕਰਾਂਗਾ ਕਿ ਜਿਹੜੇ ਇਹ ਸਾਰੇ ਹਿਸਾਬ ਕਿਤਾਬ ਹੈ ਲੋਕ ਕਰਨਗੇ, ਖਾਸ ਕਰਕੇ ਉਸ ਯੁੱਗ ਦੇ ਵਿੱਚ ਜਦੋਂ ਵੋਟ ਪੋਲਰਾਈਜੇਸ਼ਨ ਦੇ ਯੁੱਗ ਦੇ ਵਿੱਚ ਕੁਝ ਵੀ ਪੋਸੀਬਲ ਹੈ। ਤਾਂ ਪਰ ਮੈਂ ਉਮੀਦ ਕਰਦਾ ਕਿ ਲੋਕ ਜ਼ਰੂਰ ਹਿਸਾਬ ਕਿਤਾਬ ਕਰਨਗੇ। ਤੁਸੀਂ ਇਸ ਚਰਚਾ 'ਚ ਜੁੜੇ, ਸਮਾਂ ਕੱਢਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੀ ਸਪੋਕਸਮੈਨ ਡਿਬੇਟ 'ਚ ਅੱਜ ਦੇ ਲਈ ਇੰਨਾ ਹੀ, ਭਲਕੇ ਕਿਸੇ ਹੋਰ ਵਿਸ਼ੇ ਨਾਲ ਰੂਬਰੂ ਹੋਵਾਂਗੇ। ਉਦੋਂ ਤੱਕ ਨਵਜੋਤ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।